ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਅੱਜ 12 ਫਰਵਰੀ ਹੈ, ਦਿਨ ਸ਼ੁੱਕਰਵਾਰ ਹੈ ਤੇ ਅੱਜ ਦੇ ਦਿਨ ਦੀਆਂ ਪੰਜਾਬ ਨਾਲ ਜੁੜੀਆਂ ਅਹਿਮ ਖਬਰਾਂ ਨੇ ਕਿ ਅੱਜ ਪੰਜਾਬ ਦੇ ਵਿੱਚ 8 ਨਗਰ ਨਿਗਮਾਂ ਤੇ 109 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੇ ਲਈ ਚੋਣ ਪ੍ਰਚਾਰ ਸ਼ਾਮ 5 ਵਜੇ ਤੱਕ ਬੰਦ ਹੋ ਜਾਏਗਾ। 14 ਫਰਵਰੀ ਯਾਨੀ ਕਿ ਪਰਸੋਂ ਨੂੰ ਵੋਟਾਂ ਪੈਣਗੀਆਂ। ਅੱਜ ਦੇ ਦਿਨ ਦੀ ਦੂਸਰੀ ਵੱਡੀ ਖਬਰ ਕਿਸਾਨਾਂ ਦੇ ਸੰਘਰਸ਼ ਦੇ ਨਾਲ ਜੁੜੀ ਹੋਈ ਹੈ। ਕਿਸਾਨ ਲੀਡਰਾਂ ਦੇ ਐਲਾਨ ਦੇ ਮੁਤਾਬਿਕ ਅੱਜ ਰਾਜਸਥਾਨ ਦੇ ਵਿੱਚ ਵੀ ਸਾਰੇ ਟੋਲ ਪਲਾਜ਼ਾ ਫ੍ਰੀ ਕਰ ਦਿੱਤੇ ਜਾਣਗੇ। ਬਹਿਬਲ ਕਲਾਂ ਗੋਲੀकांड ਦੇ ਨਾਲ ਜੁੜੀ ਵੱਡੀ ਖਬਰ ਹੈ। ਸੁਮੇਧ ਸੈਣੀ ਅਤੇ ਉਮਰਾ ਨੰਗਲ ਦੀ ਜ਼ਮਾਨਤ ਅਰਜ਼ੀ ਫਰੀਦਕੋਟ ਸੈਸ਼ਨ ਜੱਜ ਸੁਮੀਤ ਮਲਹੋਤਰਾ ਨੇ ਰੱਦ ਕਰ ਦਿੱਤੀ ਹੈ। ਵਿਸ਼ੇਸ਼ ਜਾਂਚ ਟੀਮ ਨੇ ਸੈਣੀ ਤੇ ਉਮਰਾ ਨੰਗਲ ਖਿਲਾਫ ਬਹਿਬਲ ਕਲਾਂ ਗੋਲੀकांड ਦੇ ਵਿੱਚ 15 ਜਨਵਰੀ ਨੂੰ ਚਲਾਨ ਪੇਸ਼ ਕੀਤਾ ਸੀ। ਅਦਾਲਤ ਨੇ ਸੁਮੇਧ ਸੈਣੀ ਦੇ 1 ਮਾਰਚ ਲਈ ਗ੍ਰਿਫਤਾਰੀ ਵਾਰੰਟ ਵੀ ਜਾਰੀ ਕੀਤੇ ਹੋਏ ਨੇ, ਜਦਕਿ ਉਮਰਾ ਨੰਗਲ ਨੂੰ ਵੀ ਅਦਾਲਤ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਨੇ। ਅਦਾਲਤ ਵਿੱਚ ਜ਼ਮਾਨਤ ਦੀ ਅਰਜ਼ੀ ਤੇ ਸੁਣਵਾਈ ਦੌਰਾਨ ਜ਼ਿਲ੍ਹਾ ਅਟਾਰਨੀ ਰਜਨੀਸ਼ ਗੋਇਲ ਨੇ ਕਿਹਾ ਕਿ ਬਹਿਬਲ ਕਲਾਂ ਗੋਲੀकांड ਦੇ ਵਿੱਚ ਸੈਣੀ ਤੇ ਉਮਰਾ ਨੰਗਲ ਨੂੰ ਸਾਜ਼ਿਸ਼ਕਾਰ ਵਜੋਂ ਮੁਲਜ਼ਮ ਨਾਮਜ਼ਦ ਕੀਤਾ ਗਿਆ ਤੇ ਜੇਕਰ ਇਹਨਾਂ ਨੂੰ ਅਗਾਊਂ ਜ਼ਮਾਨਤ ਮਿਲਦੀ ਹੈ ਤਾਂ ਕੇਸ ਵਿਚਲੇ ਗਵਾਹਾਂ ਨੂੰ ਪ੍ਰਭਾਵਿਤ ਕੀਤੇ ਜਾਣ ਦਾ ਖਦਸ਼ਾ ਹੈ। ਕੱਲ੍ਹ ਅਦਾਲਤ ਵਿੱਚ ਵਿਸ਼ੇਸ਼ ਜਾਂਚ ਟੀਮ ਤੇ ਪੁਲਿਸ ਅਧਿਕਾਰੀਆਂ ਦੇ ਵਕੀਲਾਂ ਦਰਮਿਆਨ ਹੋਈ ਬਹਿਸ ਵਿੱਚ ਖੁਲਾਸਾ ਹੋਇਆ ਕਿ ਵਿਸ਼ੇਸ਼ ਜਾਂਚ ਟੀਮ ਸੁਮੇਧ ਸੈਣੀ ਤੋਂ ਬਾਅਦ ਇਸ ਮਾਮਲੇ ਵਿੱਚ ਹੋਰ ਵੀ ਵੱਡੇ ਵਿਅਕਤੀਆਂ ਨੂੰ ਮੁਲਜ਼ਮ ਵਜੋਂ ਨਾਮਜ਼ਦ ਕਰ ਸਕਦੀ ਹੈ। ਅਦਾਲਤ ਨੇ ਬਹਿਬਲ ਗੋਲੀकांड ਨੂੰ ਗੰਭੀਰ ਅਪਰਾਧ ਮੰਨਦਿਆਂ ਹੁਕਮ ਸੁਣਾਉਂਦਿਆਂ ਕਿਹਾ ਕਿ ਇਸ ਗੋਲੀकांड ਵਿੱਚ 2 ਨੌਜਵਾਨਾਂ ਦੀ ਗੋਲੀ ਲੱਗਣ ਨਾਲ ਮੌਤ ਹੋਈ ਹੈ। ਇਸ ਕਰਕੇ ਅਜਿਹੇ ਗੰਭੀਰ ਅਪਰਾਧ ਵਿੱਚ ਅਗਾਊਂ ਜ਼ਮਾਨਤ ਦੇਣਾ ਜਾਇਜ਼ ਹੀ ਨਹੀਂ ਹੈ। ਪੰਜਾਬ ਸਰਕਾਰ ਨੇ ਵੀ ਕੱਲ੍ਹ ਅਦਾਲਤ ਵਿੱਚ ਖੁਲਾਸਾ ਕੀਤਾ ਕਿ ਪੁਲਿਸ ਨੇ ਜਿਹੜੇ ਲੋਕਾਂ ਉੱਤੇ ਗੋਲੀਆਂ ਚਲਾਈਆਂ ਸੀ ਉਹ ਬਿਲਕੁਲ ਨਿਹੱਥੇ ਸਨ, ਸ਼ਾਂਤਮਈ ਅੰਦੋਲਨ ਕਰਕੇ ਬੇਅਦਬੀ ਕਾਂਡ ਦੇ ਕਥਿਤ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਸੀ। ਸਰਕਾਰ ਨੇ ਅਦਾਲਤ ਨੂੰ ਇਹ ਵੀ ਦੱਸਿਆ ਕਿ ਬਹਿਬਲ ਕਲਾਂ ਗੋਲੀकांड ਵਿੱਚ 2 ਸਿੱਖ ਨੌਜਵਾਨਾਂ ਦੀ ਮੌਤ ਤੋਂ ਬਾਅਦ ਪੁਲਿਸ ਅਧਿਕਾਰੀ ਇੱਕ ਦੂਜੇ ਨੂੰ ਸ਼ੁਭ ਇੱਛਾਵਾਂ ਤੱਕ ਦੇ ਰਹੇ ਸੀ। ਉਮਰਾ ਨੰਗਲ ਤੇ ਡੀਜੀਪੀ ਦੀ ਬਹਿਬਲ ਗੋਲੀकांड ਦੌਰਾਨ ਕੁਝ ਘੰਟਿਆਂ ਵਿੱਚ ਹੀ ਫੋਨ ਦੇ ਉੱਤੇ 22 ਵਾਰੀ ਗੱਲਬਾਤ ਹੋਈ ਸੀ। ਜਾਂਚ ਟੀਮ ਨੇ ਦਾਅਵਾ ਕੀਤਾ ਕਿ ਗੋਲੀकांड ਦੀ ਸਾਜ਼ਿਸ਼ ਜਾਣਬੁੱਝ ਕੇ ਰਚੀ ਗਈ ਸੀ ਤਾਂ ਜੋ ਆਮ ਲੋਕਾਂ ਵਿੱਚ ਖੌਫ ਪੈਦਾ ਕੀਤਾ ਜਾ ਸਕੇ ਤੇ ਇਹ ਪ੍ਰੋਟੈਸਟ ਖਤਮ ਕੀਤਾ ਜਾ ਸਕੇ। ਇਸ ਤੋਂ ਬਾਅਦ ਪੰਜਾਬ ਦੇ ਸਾਬਕਾ ਡੀਜੀਪੀ ਸੈਣੀ ਨੇ ਬਹਿਬਲ ਕਲਾਂ ਗੋਲੀकांड ਵਿੱਚ ਗ੍ਰਿਫਤਾਰੀ ਦਾ ਖਦਸ਼ਾ ਪ੍ਰਗਟਾਉਂਦੇ ਹੋਏ ਅਗਾਊਂ ਜ਼ਮਾਨਤ ਵੀ ਮੰਗੀ ਹੈ। ਫਰੀਦਕੋਟ ਦੇ ਸੈਸ਼ਨ ਜੱਜ ਸੁਮੀਤ ਮਲਹੋਤਰਾ ਨੇ ਜ਼ਮਾਨਤੀ ਅਰਜ਼ੀ ਤੇ ਪੰਜਾਬ ਸਰਕਾਰ ਤੇ ਵਿਸ਼ੇਸ਼ ਜਾਂਚ ਟੀਮ ਨੂੰ 16 ਫਰਵਰੀ ਲਈ ਨੋਟਿਸ ਜਾਰੀ ਕਰ ਦਿੱਤਾ ਹੈ। ਪੰਜਾਬ ਦੇ ਜਗਰਾਉਂ ਦੇ ਵਿੱਚ ਕੱਲ੍ਹ ਕਿਸਾਨਾਂ ਦੇ ਵੱਲੋਂ ਸੱਦੀ ਗਈ ਮਹਾਂ ਪੰਚਾਇਤ ਦੇ ਵਿੱਚ ਬੇਮਿਸਾਲ ਇਕੱਠ ਦੇਖਣ ਨੂੰ ਮਿਲਿਆ। ਇਸ ਇਕੱਠ ਦੇ ਵਿੱਚ ਸਿਰਫ ਕਿਸਾਨ ਨਹੀਂ ਬਲਕਿ ਹਰ ਵਰਗ ਦੇ ਲੋਕ ਪਹੁੰਚੇ ਹੋਏ ਸੀ। ਪੰਜਾਬ ਦੇ ਵਿੱਚ ਕਿਸਾਨਾਂ ਦੇ ਵੱਲੋਂ ਹਰਿਆਣਾ ਅਤੇ ਯੂਪੀ ਤੋਂ ਬਾਅਦ ਇਹ ਪਹਿਲੀ ਮਹਾਂ ਪੰਚਾਇਤ ਕੀਤੀ ਗਈ ਸੀ। ਇਸ ਦੇ ਵਿੱਚ ਬਲਵੀਰ ਸਿੰਘ ਰਾਜੇਵਾਲ, ਜੋਗਿੰਦਰ ਸਿੰਘ ਉਗਰਾਹਾਂ ਸਮੇਤ ਕਈ ਵੱਡੇ ਲੀਡਰ ਪਹੁੰਚੇ। ਜੋਗਿੰਦਰ ਸਿੰਘ ਉਗਰਾਹਾਂ ਨੇ ਮੋਦੀ ਹਕੂਮਤ ਨੂੰ ਲਲਕਾਰਦਿਆਂ ਕਿਹਾ ਕਿ ਪੰਜਾਬ ਦੀ ਧਰਤੀ ਤੋਂ ਸ਼ੁਰੂ ਹੋਇਆ ਕੋਈ ਵੀ ਜਨ ਅੰਦੋਲਨ ਕਦੇ ਵੀ ਫੇਲ ਨਹੀਂ ਹੋਇਆ। ਭਾਵੇਂ ਦੇਸ਼ ਦੀ ਆਜ਼ਾਦੀ ਲਈ ਆਰੰਭੇ ਸੰਘਰਸ਼ ਦੀ ਗੱਲ ਹੋਵੇ, ਇਸ ਮਿੱਟੀ ਦੇ ਜਾਇਆਂ ਨੇ ਕਦੇ ਵੀ ਪਿੱਠ ਨਹੀਂ ਦਿਖਾਈ ਤੇ ਹੁਣ ਤਾਂ ਸਾਡੇ ਖੇਤਾਂ ਤੇ ਸਾਡੇ ਹੱਕਾਂ ਦੀ ਗੱਲ ਹੈ। ਉਗਰਾਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਸਾਡਾ ਅੰਦੋਲਨ ਤਾਰਪੀਡੋ ਕਰਨ ਦਾ ਭਰਮ ਨਾ ਪਾਲੇ। ਕਿਸਾਨ ਲੀਡਰਾਂ ਨੇ ਮੋਦੀ ਤੇ ਅੰਬਾਨੀ, ਅਡਾਨੀ ਤੇ ਹੋਰ ਕਾਰਪੋਰੇਟਾਂ ਦੇ ਹੱਥਾਂ ਵਿੱਚ ਮੁਲਕ ਲੁਟਾਉਣ ਦਾ ਦੋਸ਼ ਲਾਇਆ। ਬਲਵੀਰ ਸਿੰਘ ਰਾਜੇਵਾਲ ਨੇ ਮੋਰਚੇ ਦੇ ਲੀਡਰਾਂ ਦੇ ਵਿੱਚ ਮਤਭੇਦ ਨਾ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਸਾਡੇ ਵਿੱਚ ਨਾ ਕੋਈ ਮਤਭੇਦ ਹੈ, ਨਾ ਹੀ ਇਹ ਹੋ ਸਕਦਾ। ਸਾਰਿਆਂ ਦਾ ਇੱਕੋ ਇੱਕ ਨਿਸ਼ਾਨਾ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣਾ ਹੈ। ਰਾਜੇਵਾਲ ਨੇ ਕਿਹਾ ਕਿ ਮੋਦੀ ਦੇ ਮੰਤਰੀਆਂ ਨਾਲ ਹੋਈਆਂ ਬੈਠਕਾਂ ਦੌਰਾਨ ਅਸੀਂ ਖੇਤੀ ਕਾਨੂੰਨਾਂ ਬਾਰੇ ਉਹਨਾਂ ਦੇ ਸਾਰੇ ਭਰਮ ਦੂਰ ਕਰ ਚੁੱਕੇ ਹਾਂ। ਹੁਣ ਤਾਂ ਉਹਨਾਂ ਕੋਲ ਕਾਲੇ ਕਾਨੂੰਨ ਨੂੰ ਰੱਦ ਕਰਨ ਦਾ ਹੀ ਰਾਹ ਬਚਦਾ ਹੈ। ਕਾਂਗਰਸ ਲੀਡਰ ਰਾਹੁਲ ਗਾਂਧੀ ਨੇ ਕੱਲ੍ਹ ਲੋਕ ਸਭਾ ਦੇ ਵਿੱਚ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਕਿਹਾ ਕਿ ਹਮ ਦੋ ਹਮਾਰੇ ਦੋ ਦੀ ਤਰਜ਼ ਤੇ 4 ਲੋਕ ਹੀ ਦੇਸ਼ ਚਲਾ ਰਹੇ ਨੇ। ਬਜਟ ਤੇ ਬਹਿਸ ਦੌਰਾਨ ਖੇਤੀ ਕਾਨੂੰਨਾਂ ਬਾਰੇ ਬੋਲਣ ਤੇ ਹੰਗਾਮਾ ਵੀ ਹੋਇਆ, ਪਰ ਰਾਹੁਲ ਗਾਂਧੀ ਨੇ ਨਰਿੰਦਰ ਮੋਦੀ ਦੀ ਇੱਛਾ ਨੂੰ ਪੂਰਾ ਕਰਦਿਆਂ ਵਿਰੋਧੀ ਧਿਰ ਵਜੋਂ 3 ਕਾਲੇ ਕਾਨੂੰਨਾਂ ਦਾ ਕੰਟੈਂਟ ਤੇ ਇੰਟੈਂਟ ਬੜੇ ਹੀ ਦਿਲਚਸਪ ਤਰੀਕੇ ਦੇ ਨਾਲ ਸਮਝਾਇਆ। ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਰਾਜ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਗੁਲਾਮ ਨਬੀ ਆਜ਼ਾਦ ਨੂੰ ਦਿੱਤੀ ਗਈ ਭਾਵੁਕ ਵਿਦਾਇਗੀ ਨੂੰ ਪਹਿਲਾਂ ਤੋਂ ਘੜੀ ਕਢਾਈ ਪੇਸ਼ਕਾਰੀ ਦੱਸਿਆ। ਥਰੂਰ ਨੇ ਕਿਹਾ ਬਹੁਤ ਹੀ ਕਲਾਤਮਕ ਤਰੀਕੇ ਨਾਲ ਇਹ ਤਿਆਰ ਕੀਤੀ ਗਈ ਪੇਸ਼ਕਾਰੀ ਸੀ। ਅੰਸ਼ਿਕ ਤੌਰ ਤੇ ਰਾਕੇਸ਼ ਟਿਕੈਤ ਦੇ ਹੰਝੂਆਂ ਨੂੰ ਟੱਕਰ ਦੇਣ ਦੇ ਲਈ ਇਹ ਘੜੀ ਗਈ ਸੀ ਤਾਂ ਜੋ ਪ੍ਰਧਾਨ ਮੰਤਰੀ ਵੀ ਇਹ ਸਾਬਿਤ ਕਰ ਸਕਣ ਕਿ ਉਹ ਵੀ ਹੰਝੂ ਵਹਾ ਸਕਦੇ ਨੇ। ਹਰਿਆਣਾ ਦੇ ਵਿੱਚ ਮਹਾਂ ਪੰਚਾਇਤਾਂ ਤੋਂ ਬਾਅਦ ਦਿੱਲੀ ਜਾਣ ਵਾਲਿਆਂ ਦੀ ਗਿਣਤੀ ਵੱਧ ਗਈ ਹੈ। ਕਿਸਾਨ ਸੰਘਰਸ਼ ਦੀ ਵਾਗਡੋਰ ਖਾਪ ਪੰਚਾਇਤਾਂ ਨੇ ਸਾਂਭ ਲਈ ਹੈ। ਕਿਸਾਨਾਂ ਦੀ ਹਮਾਇਤ ਦੇ ਵਿੱਚ ਵੱਡੇ ਇਕੱਠ ਕੀਤੇ ਜਾ ਰਹੇ ਨੇ ਤੇ ਦਿੱਲੀ ਜਾਣ ਵਾਲਿਆਂ ਦੀ ਗਿਣਤੀ ਦਿੱਲੀ ਦੇ ਬਾਰਡਰਾਂ ਤੇ ਚੱਲ ਰਹੇ ਮੋਰਚਿਆਂ ਤੋਂ ਦੇਖੀ ਜਾ ਸਕਦੀ ਹੈ। 26 ਜਨਵਰੀ ਨੂੰ ਸ਼ਹੀਦ ਹੋਣ ਵਾਲੇ ਨੌਜਵਾਨ ਨਵਰੀਤ ਸਿੰਘ
ਡਿਬਡਬਾ ਦੇ ਮਾਮਲੇ ਵਿੱਚ ਦਿੱਲੀ ਹਾਈ ਕੋਰਟ ਨੇ ਦਿੱਲੀ ਪੁਲਿਸ, ਉੱਤਰ ਪ੍ਰਦੇਸ਼ ਪੁਲਿਸ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ। ਨਵਰੀਤ ਸਿੰਘ ਦੇ ਦਾਦੇ ਹਰਦੀਪ ਸਿੰਘ ਡਿਬਡਬਾ ਵੱਲੋਂ ਪਾਈ ਗਈ ਪਟੀਸ਼ਨ ਤੇ ਇਹ ਨੋਟਿਸ ਜਾਰੀ ਕੀਤੇ ਗਏ ਨੇ। ਹਾਈ ਕੋਰਟ ਨੇ ਦਿੱਲੀ ਪੁਲਿਸ ਨੂੰ ਜਾਂਚ ਬਾਰੇ ਸਥਿਤੀ ਰਿਪੋਰਟ 26 ਫਰਵਰੀ ਜਾਂ ਇਸ ਤੋਂ ਪਹਿਲਾਂ ਦਾਖਲ ਕਰਨ ਦੇ ਨਿਰਦੇਸ਼ ਦਿੱਤੇ ਨੇ। ਅਦਾਲਤ ਨੇ ਸਾਰੀ ਸਥਿਤੀ ਦੀ ਰਿਪੋਰਟ ਦੀ ਇੱਕ ਨਕਲ ਪਟੀਸ਼ਨਕਰਤਾ ਨੂੰ ਦੇਣ ਦੀ ਵੀ ਹਦਾਇਤ ਕੀਤੀ ਹੈ। CBSE ਨੇ ਆਪਣੇ ਅਧੀਨ ਸਕੂਲਾਂ ਨੂੰ ਵਿਦਿਆਰਥੀਆਂ ਦੇ ਸਿੱਖਣ ਪ੍ਰਕਿਰਿਆ ਦੌਰਾਨ ਰਹਿ ਗਏ ਤੌਖਲਿਆਂ ਦੀ ਪਛਾਣ ਕਰਕੇ ਉਹਨਾਂ ਨੂੰ ਹੱਲ ਕਰਨ ਤੋਂ ਬਾਅਦ ਹੀ 9ਵੀਂ ਤੇ 11ਵੀਂ ਜਮਾਤ ਦੀਆਂ ਪ੍ਰੀਖਿਆਵਾਂ ਕੋਵਿਡ-19 ਦੇ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਦਿਆਂ ਕਰਵਾਉਣ ਲਈ ਕਿਹਾ ਹੈ। ਬੋਰਡ ਨੇ ਨਵਾਂ ਐਕੈਡੈਮਿਕ ਸੈਸ਼ਨ 1 ਅਪ੍ਰੈਲ ਤੋਂ ਸ਼ੁਰੂ ਕਰਨ ਦੀ ਸਿਫਾਰਿਸ਼ ਕੀਤੀ ਹੈ। ਸਪਾਈਸਜੈਟ ਨੇ ਐਲਾਨ ਕੀਤਾ ਹੈ ਕਿ ਉਹ ਅਜਮੇਰ, ਜੈਸਲਮੇਰ, ਅਹਿਮਦਾਬਾਦ ਤੇ ਬੈਂਗਲੁਰੂ ਸਮੇਤ 24 ਹੋਰ ਸ਼ਹਿਰਾਂ ਤੋਂ ਫਰਵਰੀ ਦੇ ਵਿੱਚ ਉਡਾਣਾਂ ਸ਼ੁਰੂ ਕਰੇਗੀ। ਸਪਾਈਸਜੈਟ ਇਕਲੌਤੀ ਕੰਪਨੀ ਹੈ ਜੋ ਅਜਮੇਰ ਤੋਂ ਮੁੰਬਈ ਤੇ ਅਹਿਮਦਾਬਾਦ ਤੋਂ ਅੰਮ੍ਰਿਤਸਰ ਰੂਟਾਂ ਤੇ ਉਡਾਣਾਂ ਸ਼ੁਰੂ ਕਰੇਗੀ। ਕੱਲ੍ਹ ਜਗਰਾਓਂ ਦੇ ਵਿੱਚ ਹੋਈ ਮਹਾਪੰਚਾਇਤ ਦੇ ਵਿੱਚ ਇਹ ਵੀ ਖੁਲਾਸਾ ਹੋਇਆ ਕਿ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਦੀ ਜਾਨ ਨੂੰ ਖਤਰਾ ਹੈ, ਜਿਸ ਤੋਂ ਬਾਅਦ ਰਾਜੇਵਾਲ ਦੀ ਸੁਰੱਖਿਆ ਦੇ ਵਿੱਚ ਵਾਧਾ ਕੀਤਾ ਗਿਆ। ਮਹਾਪੰਚਾਇਤ ਦੌਰਾਨ ਚੱਪੇ-ਚੱਪੇ ਤੇ ਪੁਲਿਸ ਮੁਲਾਜ਼ਮ ਤੈਨਾਤ ਕੀਤੇ ਗਏ। ਲੁਧਿਆਣਾ ਪੇਂਡੂ ਦੇ SSP ਚਰਨਜੀਤ ਸਿੰਘ ਸੋਲ ਨੇ ਦੱਸਿਆ ਕਿ ਜਦੋਂ ਕਿਸੇ ਵਿਅਕਤੀ ਦਾ ਨਾਮ ਅੰਤਰਰਾਸ਼ਟਰੀ ਪੱਧਰ ਤੇ ਪਹੁੰਚ ਜਾਵੇ ਤਾਂ ਉਸ ਦੀ ਜਾਨ ਨੂੰ ਖਤਰਾ ਹੋਣਾ ਸੁਭਾਵਿਕ ਗੱਲ ਹੈ। ਕੱਲ੍ਹ ਦੀ ਮਹਾਪੰਚਾਇਤ ਦੇ ਵਿੱਚ ਸਾਊਂਡ ਸਿਸਟਮ ਦਾ ਸਹੀ ਪ੍ਰਬੰਧ ਨਾ ਹੋਣ ਕਾਰਨ ਵਾਰ-ਵਾਰ ਸਟੇਜ ਦੀ ਕਾਰਵਾਈ ਦੇ ਵਿੱਚ ਰੁਕਾਵਟ ਪਈ ਅਤੇ ਸਾਊਂਡ ਸਿਸਟਮ ਨੇ ਕਿਰਕਰੀ ਜ਼ਰੂਰ ਕੀਤੀ। ਇਸ ਦਰਮਿਆਨ ਸਟੇਜ ਤੇ ਜਦੋਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਆਗੂ ਹਰਿੰਦਰ ਸਿੰਘ ਲੱਖੋਵਾਲ ਬੋਲਣ ਲੱਗੇ ਤਾਂ ਲੋਕਾਂ ਦੇ ਵਿੱਚੋਂ ਵਿਰੋਧ ਦੀਆਂ ਆਵਾਜ਼ਾਂ ਉੱਠਣ ਲੱਗ ਪਈਆਂ, ਜਿਸ ਤੋਂ ਬਾਅਦ ਲੱਖੋਵਾਲ ਨੂੰ ਜਲਦੀ ਆਪਣਾ ਭਾਸ਼ਣ ਸਮੇਟ ਕੇ ਸਟੇਜ ਤੇ ਬਹਿਣਾ ਪਿਆ। ਮੀਡੀਆ ਨਾਲ ਜੁੜੇ ਪੱਤਰਕਾਰਾਂ ਦੇ ਵੱਲੋਂ ਇੰਟਰਨੈਟ ਬੰਦ ਹੋਣ ਦਾ ਰੌਲਾ ਪਾਉਣ ਤੇ ਸਟੇਜ ਤੋਂ ਕਈ ਵਾਰ ਪ੍ਰਸ਼ਾਸਨ ਨੂੰ ਪ੍ਰਭਾਵਿਤ ਇੰਟਰਨੈਟ ਸੁਵਿਧਾਵਾਂ ਬਹਾਲ ਕਰਨ ਦੀ ਅਨਾਉਂਸਮੈਂਟ ਵੀ ਕੀਤੀ ਗਈ। ਕੱਲ੍ਹ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੇ ਵਿੱਚ BJP ਲੀਡਰਾਂ ਦਾ ਘਿਰਾਓ ਵੀ ਕੀਤਾ। ਇਹ BJP ਲੀਡਰ ਚੋਣ ਮਨੋਰਥ ਪੱਤਰ ਜਾਰੀ ਕਰਨ ਦੇ ਲਈ ਆਏ ਸੀ। ਸੈਕਟਰ 79 ਦੇ ਵਿੱਚ BJP ਦੇ ਸੂਬਾ ਜਨਰਲ ਸਕੱਤਰ ਸੁਭਾਸ਼ ਸ਼ਰਮਾ, ਸਾਬਕਾ ਮੰਤਰੀ ਤੇ ਨਿਗਮ ਚੋਣਾਂ ਲਈ BJP ਦੇ ਇੰਚਾਰਜ KD ਭੰਡਾਰੀ, ਸੂਬਾ ਕਾਰਜਕਾਰਨੀ ਮੈਂਬਰ ਸੁਖਵਿੰਦਰ ਸਿੰਘ ਗੋਲਡੀ ਸਮੇਤ ਕਈ ਲੀਡਰਾਂ ਨੂੰ ਉਸ ਵਕਤ ਵਿਰੋਧ ਦਾ ਸਾਹਮਣਾ ਕਰਨਾ ਪਿਆ ਜਦੋਂ ਇਹ ਚੋਣ ਮਨੋਰਥ ਪੱਤਰ ਜਾਰੀ ਕਰਨ ਪਹੁੰਚੇ ਸੀ ਤਾਂ ਵੱਡੀ ਗਿਣਤੀ ਵਿੱਚ ਨੌਜਵਾਨ ਵੀ ਪਹੁੰਚ ਗਏ ਤੇ ਭਾਜਪਾ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਇਹਨਾਂ ਨੌਜਵਾਨਾਂ ਨੇ ਆਪਣੇ ਹੱਥਾਂ ਦੇ ਵਿੱਚ ਕਿਸਾਨ ਅੰਦੋਲਨ ਦੇ ਝੰਡੇ ਫੜੇ ਹੋਏ ਸੀ। ਕਾਂਗਰਸ ਨੇ ਕੱਲ੍ਹ ਪੂਰੇ ਸੂਬੇ ਦੇ ਵਿੱਚ ਤੇਲ ਕੀਮਤਾਂ ਵਿੱਚ ਵਾਧੇ ਖਿਲਾਫ ਰੋਸ ਮੁਜ਼ਾਹਰੇ ਕੀਤੇ। 328 ਪਾਵਨ ਸਰੂਪਾਂ ਦੇ ਲਾਪਤਾ ਹੋਣ ਦੇ ਮਾਮਲੇ ਦੇ ਵਿੱਚ ਦੋਸ਼ੀਆਂ ਖਿਲਾਫ ਪੁਲਿਸ ਕੇਸ ਦਰਜ ਕਰਨ ਅਤੇ ਪਾਵਨ ਸਰੂਪ ਕਿੱਥੇ ਗਏ ਦਾ ਪਤਾ ਲਾਉਣ ਦੀ ਮੰਗ ਨੂੰ ਲੈ ਕੇ ਕੱਲ੍ਹ ਅੰਮ੍ਰਿਤਸਰ ਦੇ ਵਿੱਚ ਸਿੱਖ ਜਥੇਬੰਦੀਆਂ, ਸਿੱਖ ਸਦਭਾਵਨਾ ਦਲ, ਗੁਰਦੁਆਰਾ ਅਕਾਲ ਬੁੰਗਾ ਦੇ ਵੱਲੋਂ ਕੈਬਨਿਟ ਮੰਤਰੀ OP ਸੋਨੀ ਦੇ ਘਰ ਦੇ ਬਾਹਰ ਜ਼ਮੀਰ ਜਗਾਓ ਪੰਥਕ ਹੋਕਾ ਰੂਪੀ ਧਰਨਾ ਦਿੱਤਾ ਗਿਆ। ਇਸ ਮੌਕੇ ਘਰ ਦੇ ਬਾਹਰ ਗੁਰਬਾਣੀ ਕੀਰਤਨ ਗਾਇਨ ਕੀਤਾ ਗਿਆ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਹੁਣ ਖਬਰਾਂ ਵਿਸਥਾਰ ਦੇ ਨਾਲ। ਪ੍ਰਧਾਨ ਮੰਤਰੀ ਨੇ ਜੋ ਪਿਛਲੇ ਦਿਨੀ ਸਦਨ ਦੇ ਵਿੱਚ ਆਪਣੇ ਬਿਆਨ ਦਿੱਤੇ ਨੇ ਕਿਸਾਨਾਂ ਦੇ ਮੁੱਦੇ ਤੇ ਪਹਿਲੀ ਵਾਰੀ ਖੁੱਲ੍ਹ ਕੇ ਬੋਲੇ ਨੇ ਤੇ ਬੋਲੇ ਵੀ ਅਜਿਹਾ ਕਿ 2 ਨਵੇਂ ਸ਼ਬਦ ਕਿਸਾਨਾਂ ਨੂੰ ਉਹ ਦੇ ਗਏ ਨੇ। ਉਹਨਾਂ ਦੇ ਸਿਰ ਤੇ ਮੜ ਗਏ ਨੇ ਅੰਦੋਲਨ ਜੀਵੀ ਅਤੇ ਪਰਜੀਵੀ ਕਹਿ ਕੇ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਸਦਨ ਦੇ ਵਿੱਚ ਇਹ ਵੀ ਕਿਹਾ ਸੀ ਕਿ ਵਿਰੋਧੀ ਪਾਰਟੀ ਤਿੰਨੇ ਖੇਤੀ ਕਾਨੂੰਨਾਂ ਦੇ ਕੰਟੈਂਟ ਅਤੇ ਇੰਟੈਂਟ ਤੇ ਗੱਲ ਹੀ ਨਹੀਂ ਕਰਦੀ। ਉਸ ਤੋਂ ਬਾਅਦ ਰਾਹੁਲ ਗਾਂਧੀ ਫਿਰ ਸਦਨ ਦੇ ਵਿੱਚ ਪੂਰੇ ਤਿੱਖੇ ਤਰੀਕੇ ਦੇ ਨਾਲ ਜਵਾਬ ਲੈ ਕੇ ਆਏ। ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਕਾਫੀ ਇਤਰਾਜ਼ ਸੀ, ਨਾਰਾਜ਼ ਸੀਗੇ ਉਹ ਕਿ ਵਿਰੋਧੀ ਧਿਰ ਕੰਟੈਂਟ ਅਤੇ ਇੰਟੈਂਟ ਬਾਰੇ ਬੋਲਦੀ ਨਹੀਂ, ਤਾਂ ਅੱਜ ਅਸੀਂ ਪ੍ਰਧਾਨ ਮੰਤਰੀ ਨੂੰ ਖੁਸ਼ ਕਰ ਦਿੰਦੇ ਹਾਂ। ਰਾਹੁਲ ਗਾਂਧੀ ਨੇ ਤਿੰਨੇ ਕਾਨੂੰਨਾਂ ਦਾ ਕੰਟੈਂਟ ਤੇ ਇੰਟੈਂਟ ਯਾਨੀ ਕਿ ਤਿੰਨੇ ਕਾਨੂੰਨਾਂ ਦੀ ਸਮੱਗਰੀ ਅਤੇ ਇਰਾਦਾ ਸਮਝਾਇਆ ਕਿ ਉਹਨਾਂ ਦਾ ਵਿਸ਼ਾ ਕੀ ਹੈ ਤੇ ਉਹਨਾਂ ਦਾ ਮਕਸਦ ਕੀ ਹੈ। ਰਾਹੁਲ ਗਾਂਧੀ ਦੇ ਸਮਝਾਉਣ ਦਾ ਤਰੀਕਾ ਬੜਾ ਖਾਸ ਰਿਹਾ। ਰਾਹੁਲ ਗਾਂਧੀ ਨੇ ਕਿਹਾ ਕਿ ਹਮ ਦੋ ਹਮਾਰੇ ਦੋ ਹੀ ਇਸ ਮੁਲਕ ਨੂੰ ਚਲਾ ਰਹੇ ਨੇ। ਰਾਹੁਲ ਗਾਂਧੀ ਨੇ ਇਹ ਵੀ ਕਿਹਾ ਕਿ ਹੁਣ ਹਮ ਦੋ ਕੌਣ ਨੇ ਤੇ ਹਮਾਰੇ ਦੋ ਕੌਣ ਨੇ, ਇਹ ਤੁਸੀਂ ਖੁਦ ਹੀ ਸਮਝਣਾ ਹੈ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਉਹਨਾਂ ਦੇ ਨਾਮ ਪਤਾ ਨੇ। ਨਾਮ ਨਹੀਂ ਲਿਆ ਰਾਹੁਲ ਗਾਂਧੀ ਨੇ, ਪਰ ਜਿਸ ਤਰੀਕੇ ਦੇ ਨਾਲ ਹਮ ਦੋ ਹਮਾਰੇ ਦੋ ਦੀ ਐਕਸਪਲੇਨੇਸ਼ਨ ਕੀਤੀ ਹੈ ਗਾਂਧੀ ਨੇ ਤਾਂ ਉਸ ਤੋਂ ਸਾਰੇ ਸਮਝ ਜਾਂਦੇ ਨੇ ਤੇ ਤੁਸੀਂ ਵੀ ਉਹਨਾਂ ਦਾ ਭਾਸ਼ਣ ਸੁਣ ਕੇ ਸਮਝ ਜਾਓਗੇ। ਰਾਹੁਲ ਨੇ ਕਿਹਾ ਕਿ ਮੈਂ ਸਮਝਾਊਂਗਾ ਕੰਟੈਂਟ ਤੇ ਇੰਟੈਂਟ ਕਿ ਜਿਵੇਂ ਕਰੋਨਾ ਦਾ ਦੂਸਰਾ ਰੂਪ ਆਉਂਦਾ ਹੈ ਉਵੇਂ ਹੀ ਇਹ ਨਾਰਾ ਵੀ ਦੂਜੇ ਰੂਪ ਦੇ ਵਿੱਚ ਆਉਂਦਾ ਹੈ। ਨਾਮ ਨਹੀਂ ਲਿਆ ਪਰ ਕਿਹਾ ਕਿ ਹਮ ਦੋ ਹਮਾਰੇ ਦੋ ਦੇ ਜਿਹੜੇ ਮਿੱਤਰ ਹੈਗੇ ਨੇ, ਹਮ ਦੋ ਸਰਕਾਰ ਦੇ ਦੋ ਲੋਕ ਨੇ ਤੇ ਉਹਨਾਂ ਦੇ ਅੱਗੇ ਦੋ ਹੈਗੇ ਨੇ ਜਿਹੜੇ ਉਹ ਉਹਨਾਂ ਦੇ ਕਾਰਪੋਰੇਟ ਮਿੱਤਰ ਨੇ। ਪਹਿਲੇ ਕਾਨੂੰਨ ਦੀ ਵਿਆਖਿਆ ਕਰਦਿਆਂ ਸਮਝਾਇਆ ਕਿ ਇਹ ਜਿਹੜੇ ਦੋ ਹੈਗੇ ਨੇ ਸਰਕਾਰ ਦੇ ਵਿੱਚ ਉਹ ਆਪਣੇ ਇੱਕ ਮਿੱਤਰ ਨੂੰ ਅਨਾਜ, ਫਲ, ਸਬਜ਼ੀ ਵੇਚਣ ਦਾ ਅਧਿਕਾਰ ਦਿੰਦੇ ਨੇ ਨਵੇਂ ਕਾਨੂੰਨ ਲਾਗੂ ਕਰਕੇ।
ਤੇ ਦੂਸਰਾ ਮਿੱਤਰ ਹੈ ਜਿਹੜਾ ਉਹ ਭਾਰਤ ਦਾ 40% ਅਨਾਜ ਆਪਣੇ ਸਾਇਲੋ ਦੇ ਵਿੱਚ ਸਟੋਰ ਕਰਕੇ ਰੱਖਦਾ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਇਹ ਹੈ ਇਹਨਾਂ ਕਾਨੂੰਨਾਂ ਦਾ ਕੰਟੈਂਟ ਅਤੇ ਇੰਟੈਂਟ। ਸਪੀਕਰ ਓਮ ਬਿਰਲਾ ਲਗਾਤਾਰ ਕਹਿੰਦੇ ਰਹੇ ਕਿ ਤੁਸੀਂ ਬਜਟ ਤੇ ਗੱਲ ਕਰੋ, ਬਜਟ ਤੇ ਗੱਲ ਕਰੋ। ਰੌਲਾ ਵੀ ਪੈਂਦਾ ਰਿਹਾ ਵਿਰੋਧੀ ਪਾਰਟੀਆਂ ਦੇ ਵੱਲੋਂ ਜਾਂ ਸੱਤਾਧਿਰ ਪਾਰਟੀ ਵੱਲੋਂ ਕਹਿ ਸਕਦੇ ਹਾਂ, ਰੌਲਾ ਪੈਂਦਾ ਰਿਹਾ ਰਾਹੁਲ ਗਾਂਧੀ ਦੀ ਤਕਰੀਰ ਦੇ ਦੌਰਾਨ। ਪਰ ਰਾਹੁਲ ਨੇ ਮੂਹਰੋਂ ਪੁੱਛਿਆ ਕਿ ਕੀ ਕਿਸਾਨ ਸਾਡੇ ਬਜਟ ਦਾ ਹਿੱਸਾ ਨਹੀਂ ਹਨ। ਰਾਹੁਲ गांधी ने जो कुछ भी कहा है वो उन्होंने इस तकरीर दे विच आपां सुन सकते हैं। सर सालों पहले फैमिली प्लानिंग का एक नारा था, आपको याद होगा, हम दो हमारे दो। अब मैं इंटेंट की बात करता हूं, कानून के इंटेंट की बात। आज क्या हो रहा है, जैसे कोरोना दूसरे रूप में आता है वैसे ही ये नारा दूसरे रूप में आया है। आज इस देश को 4 लोग चलाते हैं। आप बजट पर चर्चा कर लें। बजट पे कर रहा हूं सर, बजट पे आ रहा हूं। 4 लोग चलाते हैं, हम दो बता दिया। और हमारे दो। जैसे उस टाइम नाम सब जानते हैं, नाम सब जानते हैं। नो आप बोलो, आप डिस्टर्बेंस मत हम करिए। दो हमारे दो। ये किसकी सरकार है? हम दो हमारे दो की। माननीय सदस्य इधर तो ਪਿਛਲੇ ਦਿਨਾਂ ਦੇ ਵਿੱਚ ਖੇਤੀ ਕਾਨੂੰਨਾਂ ਨੂੰ ਲੈ ਕੇ ਵਿਰੋਧੀ ਧਿਰ ਦੇ ਜਿਹੜੇ ਸੰਸਦ ਮੈਂਬਰ ਹੈਗੇ ਨੇ ਉਹਨਾਂ ਨੇ ਰਾਜ ਸਭਾ ਤੇ ਲੋਕ ਸਭਾ ਦੇ ਵਿੱਚ ਬੜੀਆਂ ਹੀ ਕਮਾਲ ਦੀਆਂ ਤਕਰੀਰਾਂ ਦਿੱਤੀਆਂ ਨੇ, ਚਾਹੇ ਉਹ ਪੰਜਾਬ ਦੇ ਸੰਸਦ ਮੈਂਬਰ ਹੋਣ ਜਾਂ ਫਿਰ ਕਿਸੇ ਹੋਰ ਸੂਬੇ ਦੇ ਰਾਜ ਸਭਾ ਮੈਂਬਰ, ਲੋਕ ਸਭਾ ਮੈਂਬਰ, ਸਭ ਨੇ ਹੁਣ ਖੇਤੀ ਕਾਨੂੰਨਾਂ ਦੇ ਨਾਂ ਤੇ ਆਪੋ ਆਪਣਾ ਨਾਂ ਚਮਕਾਉਣ ਦੀ ਪੂਰੀ ਕੋਸ਼ਿਸ਼ ਹੈ ਜਿਹੜੀ ਉਹ ਵਿੱਢੀ ਹੋਈ ਹੈ। ਹਰਸਿਮਰਤ ਕੌਰ ਬਾਦਲ ਹੋਵੇ ਜਾਂ ਫਿਰ ਭਗਵੰਤ ਮਾਨ ਜਾਂ ਫਿਰ ਪ੍ਰਤਾਪ ਸਿੰਘ ਬਾਜਵਾ, ਰਵਨੀਤ ਬਿੱਟੂ, ਸਾਰੇ ਇਹਨਾਂ ਖੇਤੀ ਕਾਨੂੰਨਾਂ ਦੇ ਨਾਮ ਦੇ ਉੱਤੇ ਖਾਸੀਆਂ ਤਕੜੀਆਂ ਤਕਰੀਰਾਂ ਨੇ ਜਿਹੜੀਆਂ ਉਹ ਦੇ ਰਹੇ ਨੇ। ਇਸੇ ਦਰਮਿਆਨ ਪੱਛਮੀ ਬੰਗਾਲ ਦੀ ਤ੍ਰਿਣਮੂਲ ਕਾਂਗਰਸ ਦੀ MP ਮਹੁਆ ਮਿੱਤਰਾ ਦੀ ਤਕਰੀਰ ਵੀ ਖਾਸ ਤੌਰ ਤੇ ਸੁਣਨ ਵਾਲੀ ਹੈ। ਮਹੁਆ ਮਿੱਤਰਾ ਨੇ ਆਪਣੀ ਤਕਰੀਰ ਦੇ ਵਿੱਚ ਭਾਰਤ ਸਰਕਾਰ ਨੂੰ ਬਹੁਤ ਹੀ ਇੱਕ ਵੱਖਰੇ ਸ਼ਬਦ ਦੇ ਨਾਲ ਤੁਲਨਾ ਕੀਤੀ ਹੈ, ਕਿਸਾਨਾਂ ਦੇ ਅੰਦੋਲਨ ਦੀ ਤਾਕਤ ਬਾਰੇ ਵੀ ਦੱਸਿਆ ਹੈ ਤੇ ਭਾਰਤ ਸਰਕਾਰ ਨੂੰ ਕਾਇਰ ਕਹਿ ਦਿੱਤਾ ਹੈ। ਤੇ ਮਹੁਆ ਮਿੱਤਰਾ ਨੇ ਜਿਸ ਤਰੀਕੇ ਦੇ ਨਾਲ ਲੋਕ ਸਭਾ ਦੇ ਵਿੱਚ ਸਿੱਖਾਂ ਦੇ ਦਿੱਲੀ ਰਾਜ ਦਾ ਜ਼ਿਕਰ ਕੀਤਾ ਹੈ, ਉਸ ਦੇ ਚੱਲਦਿਆਂ ਮਹੁਆ ਮਿੱਤਰਾ ਦੀ ਇਹ ਤਕਰੀਰ ਸੁਣਨ ਵਾਲੀ ਹੈ ਕਿ ਕਿਵੇਂ ਸੁਭਾਸ਼ ਚੰਦਰ ਬੋਸ ਜਾਂ ਫਿਰ ਰਵਿੰਦਰਨਾਥ ਟੈਗੋਰ ਦੀ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਲਿਖੀ ਹੋਈ ਕਵਿਤਾ ਦਾ ਜ਼ਿਕਰ ਕੀਤਾ ਹੈ ਤੇ ਫਿਰ ਦਿੱਲੀ ਦੇ ਵਿੱਚ ਬਾਬਾ ਬਘੇਲ ਸਿੰਘ ਤੇ ਬਾਬਾ ਜੱਸਾ ਸਿੰਘ ਆਹਲੂਵਾਲੀਆ ਦੇ ਰਾਜ ਦਾ ਜ਼ਿਕਰ ਕੀਤਾ ਹੈ ਤੇ ਮੋਦੀ ਸਰਕਾਰ ਦੇ ਰਾਜ ਦੀ ਕਿਵੇਂ ਉਸ ਰਾਜ ਦੇ ਨਾਲ ਤੁਲਨਾ ਕਰਕੇ ਤਿੱਖੇ ਸਵਾਲ ਪੁੱਛੇ ਨੇ। ਉਹ ਸਾਰੀ ਤਕਰੀਰ ਦਾ ਖਾਲਸ ਟੀਵੀ ਦੀ ਖਾਸ ਵੀਡੀਓ ਰਿਪੋਰਟ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ। ਉੱਤਰਾਖੰਡ ਦੀ ਧੌਲੀ ਗੰਗਾ ਨਦੀ ਵਿੱਚ ਪਾਣੀ ਦਾ ਪੱਧਰ ਵੀਰਵਾਰ ਨੂੰ ਵੱਧ ਗਿਆ, ਜਿਸ ਕਾਰਨ ਤਪੋਵੰਦੀ ਸੁਰੰਗ ਵਿੱਚ ਬਚਾਅ ਕਾਰਜ ਆਰਜ਼ੀ ਤੌਰ ਤੇ ਰੋਕ ਦਿੱਤੇ ਗਏ। ਚਮੋਲੀ ਦੀ ਜ਼ਿਲ੍ਹਾ ਮੈਜਿਸਟ੍ਰੇਟ ਸਵਾਤੀ ਐਸ ਭਦੌੜੀਆ ਨੇ ਦੱਸਿਆ ਕਿ ਸੁਰੱਖਿਆ ਦੇ ਵਜੋਂ ਬਚਾਅ ਕਾਰਜ ਅਸਥਾਈ ਤੌਰ ਤੇ ਰੋਕ ਦਿੱਤੇ ਗਏ ਨੇ। SDRAF ਨੇ ਕਿਹਾ ਕਿ ਤਪੋਵਨ ਸੁਰੰਗ ਨੇੜੇ ਪਾਣੀ ਪਹੁੰਚਣ ਕਾਰਨ ਕੰਮ ਰੋਕਿਆ ਗਿਆ। JCB ਮਸ਼ੀਨਾਂ, ਹੋਰ ਉਪਕਰਨਾਂ ਤੇ ਬਚਾਅ ਟੀਮਾਂ ਨੂੰ ਸੁਰੰਗ ਤੋਂ ਹਟਾ ਦਿੱਤਾ ਗਿਆ। ਰੈਣੀ ਪਿੰਡ ਦੇ ਨੇੜੇ ਅਲਰਟ ਵੀ ਜਾਰੀ ਕਰ ਦਿੱਤਾ ਗਿਆ। ਇਸ ਦੌਰਾਨ ਚਮੋਲੀ ਜ਼ਿਲ੍ਹੇ ਦੇ SP ਜਸ਼ਵੰਤ ਚੌਹਾਨ ਨੇ ਨਦੀ ਦੇ ਨੇੜੇ ਵਸਦੇ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਵੀ ਜਾਰੀ ਕਰ ਦਿੱਤੀ ਹੈ। ਉੱਤਰਾਖੰਡ ਦੇ DGP ਅਸ਼ੋਕ ਕੁਮਾਰ ਨੇ ਕਿਹਾ ਕਿ ਰਿਸ਼ੀ ਗੰਗਾ ਨਦੀ ਵਿੱਚ ਪਾਣੀ ਵਧਣ ਕਾਰਨ ਬਚਾਅ ਕਾਰਜ ਨੂੰ ਰੋਕਣਾ ਪਿਆ ਸੀ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਆਲੇ ਦੁਆਲੇ ਦੇ ਖੇਤਰ ਨੂੰ ਵੀ ਖਾਲੀ ਕਰਵਾਉਣ ਦਾ ਹੁਕਮ ਦੇ ਦਿੱਤਾ ਗਿਆ। NTPC, ITBP, SDRAF ਤੇ ਬਚਾਅ ਕਾਰਜਾਂ ਵਿੱਚ ਲੱਗੇ ਸਥਾਨਕ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਪ੍ਰੈਸ ਦੇ ਨਾਲ ਗੱਲਬਾਤ ਕਰਕੇ ਇਹ ਸਾਰਾ ਦੱਸਿਆ ਕਿ ਜਿੰਨਾ ਮਲਬਾ ਤਪੋਵਨ ਸੁਰੰਗ ਵਿੱਚੋਂ ਕੱਢਿਆ ਜਾ ਰਿਹਾ ਹੈ, ਉਨਾ ਹੀ ਮਲਬਾ ਹੋਰ ਅੰਦਰੋਂ ਆਉਂਦਾ ਜਾ ਰਿਹਾ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕੁਝ ਲੋਕ ਹਾਲੇ ਵੀ ਇਸ ਸੁਰੰਗ ਦੇ ਵਿੱਚ ਫਸੇ ਹੋਏ ਨੇ। 7 ਫਰਵਰੀ ਨੂੰ ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਵਿੱਚ ਇੱਕ ਗਲੇਸ਼ੀਅਰ ਫਟਣ ਕਾਰਨ ਰਿਸ਼ੀ ਗੰਗਾ ਨਦੀ ਦੇ ਵਿੱਚ ਉਫਾਨ ਆ ਗਿਆ ਸੀ, ਜਿਸ ਨੇ ਤਪੋਵਨ ਹਾਈਡਰੋ ਪਾਵਰ ਪ੍ਰੋਜੈਕਟ ਨੂੰ ਤਬਾਹ ਕਰ ਦਿੱਤਾ ਸੀ। ਹੁਣ ਤੱਕ
34 ਜਣਿਆਂ ਦੀਆਂ ਲਾਸ਼ਾਂ ਬਾਹਰ ਕੱਢੀਆਂ ਜਾ ਚੁੱਕੀਆਂ ਨੇ। 170 ਲੋਕ ਹਾਲੇ ਵੀ ਲਾਪਤਾ ਨੇ। ਬਹੁਤ ਵੱਡੀ ਗਿਣਤੀ ਹੈ। ਅਗਲੀ ਵੱਡੀ ਖਬਰ ਹੈ, ਕੇਂਦਰ ਸਰਕਾਰ ਨੇ ਜਾਣਕਾਰੀ ਦਿੱਤੀ ਹੈ ਕਿ 2016 ਤੋਂ 2019 ਦੇ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਐਕਟ ਯਾਨੀ ਕਿ UAPA ਜਿਹੜਾ ਕਿ ਮੋਦੀ ਸਰਕਾਰ ਨੇ ਲਿਆਂਦਾ ਹੈ, ਉਸ ਤਹਿਤ ਗ੍ਰਿਫਤਾਰ ਕੀਤੇ ਗਏ ਭਾਰਤੀਆਂ ਦੀ ਕੁੱਲ ਸੰਖਿਆ 5922 ਹੈ, ਜਿਨ੍ਹਾਂ ਨੂੰ UAPA ਐਕਟ ਲਾ ਕੇ ਜੇਲ੍ਹਾਂ ਦੇ ਵਿੱਚ ਡੱਕ ਦਿੱਤਾ ਗਿਆ। ਰਾਜ ਸਭਾ ਦੇ ਵਿੱਚ ਇੱਕ ਲਿਖਤੀ ਸਵਾਲ ਦੇ ਜਵਾਬ ਦੇ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਨੇ ਦੱਸਿਆ ਕਿ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਯਾਨੀ ਕਿ NCRB ਦੇ ਤਾਜ਼ਾ ਅੰਕੜਿਆਂ ਦੇ ਮੁਤਾਬਿਕ 2019 ਵਿੱਚ UAPA ਅਧੀਨ ਗ੍ਰਿਫਤਾਰ ਕੀਤੇ ਵਿਅਕਤੀਆਂ ਦੀ ਕੁੱਲ ਗਿਣਤੀ 1948 ਹੈ। ਕੱਲੇ ਸਾਲ 2019 ਦੇ ਵਿੱਚ UAPA ਦੇ ਤਹਿਤ 2016 ਤੋਂ 19 ਦੌਰਾਨ ਗ੍ਰਿਫਤਾਰ ਕੀਤੇ ਵਿਅਕਤੀਆਂ ਦੀ ਕੁੱਲ ਗਿਣਤੀ 5922 ਹੈ, ਜਿਨ੍ਹਾਂ ਦੇ ਵਿੱਚੋਂ 132 ਲੋਕਾਂ ਨੂੰ ਬਰੀ ਵੀ ਕਰ ਦਿੱਤਾ ਗਿਆ। ਹਰਿਆਣਾ ਤੇ UP ਤੋਂ ਬਾਅਦ ਪੰਜਾਬ ਦੇ ਜਗਰਾਉਂ ਦੇ ਵਿੱਚ ਕਿਸਾਨ ਲੀਡਰਾਂ ਦੇ ਵੱਲੋਂ ਪਹਿਲੀ ਮਹਾ ਪੰਚਾਇਤ ਕੀਤੀ ਗਈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ। ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਇਹ ਤਸਵੀਰਾਂ ਗਵਾਹ ਨੇ ਕਿ ਬਹੁਤ ਵੱਡਾ ਇਕੱਠ ਕਿਸਾਨਾਂ ਦੇ ਸੱਦੇ ਤੇ ਕੀਤਾ ਗਿਆ ਹੈ। ਉੱਤਰ ਪ੍ਰਦੇਸ਼ ਤੇ ਹਰਿਆਣਾ ਤੋਂ ਬਾਅਦ ਇਹ ਪਹਿਲੀ ਜਿਹੜੀ ਮਹਾ ਪੰਚਾਇਤ ਕੀਤੀ ਗਈ, ਜਿਸ ਵਿੱਚ ਜੋਗਿੰਦਰ ਸਿੰਘ ਉਗਰਾਹਾਂ, ਬਲਵੀਰ ਸਿੰਘ ਰਾਜੇਵਾਲ ਸਮੇਤ ਕਈ ਵੱਡੇ ਕਿਸਾਨ ਲੀਡਰ ਪਹੁੰਚੇ ਤੇ ਇੱਕ ਆਵਾਜ਼ ਗੂੰਜੀ ਕਿ ਇਹ ਘੋਲ ਇਕੱਲਾ ਕਿਸਾਨੀ ਦਾ ਨਹੀਂ, ਦੁਕਾਨੀ ਦਾ ਵੀ ਹੈ। ਕਿਸਾਨ ਲੀਡਰਾਂ ਨੇ ਕਿਹਾ ਕਿ ਸਾਡੀ ਰੋਟੀ ਖੋਹਣ ਦੀਆਂ ਸਰਕਾਰੀ ਕੋਸ਼ਿਸ਼ਾਂ ਹੋ ਰਹੀਆਂ ਨੇ। ਸਾਡੇ ਲੋਕਾਂ ਵਿੱਚ ਹਮੇਸ਼ਾ ਪਾੜ ਪਾ ਕੇ ਹਾਕਮਾਂ ਨੇ ਰਾਜ ਕੀਤਾ। 1984 ਨਹੀਂ ਬਣਨ ਦਿੱਤਾ। ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਹੀ ਅੰਦੋਲਨ ਕਰ ਰਹੇ ਹਾਂ। 26 ਤਰੀਕ ਨੂੰ ਨਵਾਂ ਮੋੜ ਜ਼ਰੂਰ ਆਇਆ। 27 ਤੇ 28 ਜਨਵਰੀ ਨੂੰ ਜਿਹੜੇ ਲੋਕ ਘਬਰਾ ਗਏ ਸੀ ਉਹਨਾਂ ਨੂੰ ਰਾਕੇਸ਼ ਟਿਕੈਤ ਨੇ ਸੰਭਾਲ ਲਿਆ। ਸਰਕਾਰ ਨੇ ਸਾਨੂੰ ਅੱਤਵਾਦੀ ਕਿਹਾ। ਜਿੱਥੇ ਹਾਕਮ ਸਾਡੇ ਲੋਕਾਂ ਤੇ ਭੀੜ ਪਾਵੇਗਾ, ਅਸੀਂ ਜ਼ਰੂਰ ਇਕੱਠੇ ਹੋਵਾਂਗੇ। ਜਿਸ ਦਿਨ ਤੱਕ ਕਾਲੇ ਕਾਨੂੰਨ ਰੱਦ ਕਰਕੇ ਮੋਦੀ ਦੇ ਝੋਲੇ ਵਿੱਚ ਅਸੀਂ ਨਹੀਂ ਪਾ ਦਿੰਦੇ, ਉਦੋਂ ਤੱਕ ਅਸੀਂ ਘਰ ਵਾਪਸ ਨਹੀਂ ਮੁੜਾਂਗੇ। ਪੰਜਾਬ 'ਚ ਹੋਰ ਵੀ ਮਹਾ ਪੰਚਾਇਤਾਂ ਕਰਨ ਦਾ ਐਲਾਨ ਕੀਤਾ ਗਿਆ। ਕਿਸਾਨ ਲੀਡਰਾਂ ਨੇ ਕਿਹਾ ਕਿ ਜਿੱਥੇ ਵੀ ਕਿਸੇ ਕਿਸਾਨ ਦੀ ਅੰਦੋਲਨ ਦੌਰਾਨ ਮੌਤ ਹੁੰਦੀ ਹੈ ਤਾਂ ਉਸ ਨੂੰ 50,000 ਰੁਪਏ ਸਾਡੇ ਵੱਲੋਂ ਦਿੱਤੇ ਜਾਣਗੇ। ਲੋਕਾਂ ਦਾ ਜੋਸ਼ ਚਾਹੀਦਾ ਹੈ, ਸਰਕਾਰਾਂ ਨੂੰ ਝੁਕਾਉਣਾ ਕੋਈ ਔਖਾ ਨਹੀਂ ਹੁੰਦਾ। ਜੇ ਲੋਕਾਂ ਦੇ ਵਿੱਚ ਜੋਸ਼ ਬਣਿਆ ਰਿਹਾ ਤਾਂ ਸਰਕਾਰ ਝੁਕੇਗੀ ਹੀ ਝੁਕੇਗੀ। ਕਿਸਾਨ ਲੀਡਰਾਂ ਨੇ ਸੱਦਾ ਦਿੱਤਾ ਹੈ ਕਿ ਕਿਸਾਨਾਂ, ਖਪਤਕਾਰਾਂ, ਦੁਕਾਨਦਾਰਾਂ ਤੇ ਨੌਜਵਾਨਾਂ ਸਣੇ ਸਾਰੇ ਲੋਕਾਂ ਨੂੰ ਕਿਸਾਨੀ ਸੰਘਰਸ਼ ਦੇ ਵਿੱਚ ਲਾਮਬੰਦ ਹੋਣ ਦੀ ਲੋੜ ਹੈ। ਕਿਸਾਨ ਲੀਡਰ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਸੜਕਾਂ ਉੱਤੇ ਕਿੱਲ ਲਾ ਕੇ ਪ੍ਰਧਾਨ ਮੰਤਰੀ ਮੋਦੀ ਨੇ ਸਾਨੂੰ ਕਿਹਾ ਕਿ ਸਾਡੇ ਵਿਚਕਾਰ ਸਿਰਫ ਇੱਕ ਫੋਨ ਕਾਲ ਦੀ ਦੂਰੀ ਹੈ। ਬੈਂਕਾਂ ਕੋਲ ਸਾਡੀਆਂ ਜ਼ਮੀਨਾਂ ਨੇ ਤੇ ਇਹੀ ਕਾਰਪੋਰੇਟ ਵਾਲੇ ਬੈਂਕਾਂ ਦੇ ਰਾਹ ਸਾਡੀਆਂ ਜ਼ਮੀਨਾਂ ਖੋਹ ਕੇ ਲੈ ਜਾਣਗੇ। ਸਰਕਾਰ ਡਰੀ ਹੋਈ ਹੈ। ਲੋਕਾਂ ਦਾ ਏਕਾ ਹੈ ਤੇ ਲੋਕਾਂ ਦਾ ਏਕਾ ਤੇ ਹੋਕਾ ਹੀ ਸਰਕਾਰ ਨੂੰ ਝੁਕਾ ਸਕਦਾ ਹੈ। ਕਿਸਾਨ ਲੀਡਰਾਂ ਨੇ ਦਾਅਵਾ ਕੀਤਾ ਕਿ ਸਾਡੇ ਵਿੱਚ ਲੋਕਾਂ ਦੀ ਗਿਣਤੀ ਘਟੀ ਨਹੀਂ, ਸਗੋਂ ਦੁੱਗਣੀ ਹੋਈ ਹੈ। ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਪ੍ਰਾਈਵੇਟ ਮੰਡੀਆਂ ਵਿੱਚ ਵੀ ਪ੍ਰਾਈਵੇਟ ਸਕੂਲਾਂ ਤੇ ਹਸਪਤਾਲਾਂ ਵਾਲਾ ਹਾਲ ਹੋਣਾ ਹੈ। ਖੇਤੀ 'ਚੋਂ ਪਹਿਲਾਂ ਹੀ ਕੁਝ ਨਹੀਂ ਬਚਦਾ ਸੀ। ਕਿਸੇ ਫੈਕਟਰੀ ਵਿੱਚ ਰੁਜ਼ਗਾਰ ਨਹੀਂ ਹੈ। ਕਰਜ਼ਾ ਮੋੜਨ ਲਈ ਕਿਸਾਨਾਂ ਨੂੰ ਹੋਰ ਔਖਾ ਹੋਣਾ ਪਵੇਗਾ। ਸਾਰੀਆਂ ਪਾਰਟੀਆਂ ਦੇ ਲੀਡਰ ਪੰਜਾਬ ਨੂੰ ਕੈਲੀਫੋਰਨੀਆ ਬਣਾਉਣ ਦੀਆਂ ਗੱਲਾਂ ਕਰਦੇ ਰਹਿੰਦੇ ਨੇ, ਪਰ ਕੁਝ ਵੀ ਨਹੀਂ ਕਰਦੇ। ਖੇਤੀ ਕਾਨੂੰਨਾਂ ਖਿਲਾਫ ਇਹ ਲੜਾਈ ਕੋਈ ਛੋਟੀ ਲੜਾਈ ਨਹੀਂ ਹੈ। ਅਸੀਂ ਜ਼ਰੂਰ ਜਿੱਤਾਂਗੇ। ਸਰਕਾਰੀ ਨੀਤੀਆਂ ਲਾਗੂ ਨਹੀਂ ਹੋਣ ਦਿਆਂਗੇ। ਪੰਜਾਬ ਦੇ ਲੋਕ ਹੱਥ 'ਚ ਠੂਠਾ ਫੜ ਕੇ ਨਹੀਂ ਮੰਗਣਾ ਜਾਣਦੇ। ਪੰਜਾਬ ਦੇ ਲੋਕ ਆਪਣੇ ਹੱਕ ਲੈਣਾ ਜਾਣਦੇ ਨੇ। ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਸਾਨੂੰ ਸਰਕਾਰ ਨੇ ਮੀਟਿੰਗਾਂ ਵਿੱਚ ਉਲਝਾ ਕੇ ਰੱਖਿਆ। ਪੰਜਾਬ ਤੇ ਹਰਿਆਣੇ ਨੂੰ ਪਾੜ ਪਾ ਕੇ ਵੱਖਰਾ ਕਰਨ ਦੀ ਕੋਸ਼ਿਸ਼ ਵੀ ਕੀਤੀ, ਪਰ ਅਸੀਂ ਅੰਦੋਲਨ ਦੇ ਧੁਰੇ ਤੇ ਪੁੱਜ ਗਏ ਹਾਂ। ਸਰਕਾਰ ਦੀਆਂ ਸਾਰੀਆਂ ਕੋਸ਼ਿਸ਼ਾਂ ਫੇਲ ਹੋਈਆਂ ਨੇ। ਸਰਕਾਰ ਸਾਨੂੰ ਕਹਿ ਰਹੀ ਹੈ ਕਿ ਅਸੀਂ ਗੁੰਮਰਾਹ ਹਾਂ। ਸਰਕਾਰ ਸਾਡਾ ਭਲਾ ਕਰਨ ਦੀ ਗੱਲ ਕਰਦੀ ਹੈ, ਪਰ ਅਸੀਂ ਭਲਾ ਮੰਗਦੇ ਹੀ ਨਹੀਂ। ਸਰਕਾਰ ਜ਼ਬਰਦਸਤੀ ਸਾਡਾ ਭਲਾ ਕਰਨਾ ਚਾਹੁੰਦੀ ਹੈ, ਪਰ ਉਹ ਅਸਲ ਦੇ ਵਿੱਚ ਭਲਾ ਨਹੀਂ, ਸਾਡੀ ਬਰਬਾਦੀ ਹੈ। ਉੱਤਰ ਪ੍ਰਦੇਸ਼ ਪੁਲਿਸ ਨੇ ਅਲੀਗੜ੍ਹ ਦੇ ਵਿੱਚ 2 ਦਿਨ ਪਹਿਲਾਂ ਕਿਸਾਨ ਮਹਾ ਪੰਚਾਇਤ ਜਿਹੜੀ ਹੋਈ ਸੀ, ਉਹਦੇ ਵਿੱਚ ਹਿੱਸਾ ਲੈਣ ਵਾਲੇ 5000 ਕਿਸਾਨਾਂ ਦੇ ਖਿਲਾਫ ਕੇਸ ਦਰਜ ਕਰ ਲਿਆ। ਪੁਲਿਸ ਨੇ ਮਹਾਮਾਰੀ ਰੋਗ ਐਕਟ ਤਹਿਤ ਕੋਵਿਡ-19 ਦੇ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰਨ ਦੇ ਦੋਸ਼ ਦੇ ਵਿੱਚ RLD ਲੀਡਰ ਜੈਂਤ ਚੌਧਰੀ ਸਮੇਤ 5000 ਹੋਰ ਲੋਕਾਂ ਖਿਲਾਫ ਕੇਸ ਦਰਜ ਕੀਤਾ। FIR ਦੇ ਵਿੱਚ ਲਿਖਿਆ ਕੀ ਹੈ? ਕੇਂਦਰੀ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਕੀਤੀ ਮਹਾ ਪੰਚਾਇਤ ਵਿੱਚ 5 ਤੋਂ 6000 ਲੋਕਾਂ ਨੇ ਸ਼ਿਰਕਤ ਕੀਤੀ। ਚੌਧਰੀ ਰਾਜ ਸਿੰਘ ਦੀ ਪ੍ਰਧਾਨਗੀ ਦੇ ਵਿੱਚ ਹੋਈ ਇਸ ਮਹਾ ਸਭਾ ਦਾ RLD ਆਗੂ ਜੈਂਤ ਚੌਧਰੀ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਲੀਡਰ ਰਾਕੇਸ਼ ਟਿਕੈਤ ਨੇ ਵੀ ਸਮਰਥਨ ਕੀਤਾ। ਇਹ ਸਮਾਗਮ ਕੋਵਿਡ-19 ਮਹਾਮਾਰੀ ਦੌਰਾਨ ਕਰਵਾਇਆ ਗਿਆ।
ਜਿਸ ਵਿੱਚ ਲੋਕਾਂ ਨੇ ਨਾ ਤਾਂ ਮਾਸਕ ਲਾਏ ਸੀ, ਨਾ ਹੀ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕੀਤੀ। ਇਸ ਸਮਾਗਮ ਦੇ ਵਿੱਚ CRPC ਦੀ ਧਾਰਾ 144 ਅਧੀਨ ਮਨਾਹੀ ਦੇ ਹੁਕਮਾਂ ਦੀ ਉਲੰਘਣਾ ਕੀਤੀ ਗਈ, ਸੋ ਇਹ FIR ਹਜ਼ਾਰਾਂ ਕਿਸਾਨਾਂ ਖਿਲਾਫ ਦਰਜ ਕੀਤੀ ਗਈ ਹੈ। ਦਿੱਲੀ ਹਾਈ ਕੋਰਟ ਨੇ ਗਣਤੰਤਰ ਦਿਹਾੜੇ ਮੌਕੇ ਟਰੈਕਟਰ ਪਰੇਡ ਦੌਰਾਨ 25 ਸਾਲਾ ਨੌਜਵਾਨ ਕਿਸਾਨ ਨਵਰੀਤ ਸਿੰਘ ਦੀ ਮੌਤ ਦੇ ਮਾਮਲੇ ਦੀ ਜਾਂਚ ਅਦਾਲਤ ਦੀ ਨਿਗਰਾਨੀ ਵਿੱਚ SIT ਤੋਂ ਕਰਵਾਉਣ ਦੀ ਮੰਗ ਦੇ ਉੱਤੇ ਦਿੱਲੀ ਸਰਕਾਰ ਤੇ ਦਿੱਲੀ ਪੁਲਿਸ ਤੋਂ ਜਵਾਬ ਮੰਗਿਆ। ਜਸਟਿਸ ਯੋਗੇਸ਼ ਖੰਨਾ ਨੇ ਦਿੱਲੀ ਸਰਕਾਰ, ਦਿੱਲੀ ਪੁਲਿਸ, ਉੱਤਰ ਪ੍ਰਦੇਸ਼ ਪੁਲਿਸ ਅਤੇ ਰਾਮਪੁਰ ਦੇ ਜ਼ਿਲ੍ਹਾ ਹਸਪਤਾਲ ਦੇ ਮੁੱਖ ਮੈਡੀਕਲ ਆਫੀਸਰ CMO ਨੂੰ ਨੋਟਿਸ ਜਾਰੀ ਕੀਤੇ ਨੇ। ਇਸੇ ਹਸਪਤਾਲ ਵਿੱਚ ਨਵਰੀਤ ਸਿੰਘ ਦਾ ਪੋਸਟਮਾਰਟਮ ਵੀ ਹੋਇਆ ਸੀ। ਅਦਾਲਤ ਨੇ ਮਰਹੂਮ ਦੇ ਦਾਦਾ ਦੀ ਪਟੀਸ਼ਨ ਤੇ ਇਹ ਨੋਟਿਸ ਜਾਰੀ ਕੀਤਾ। ਨਵਰੀਤ ਸਿੰਘ ਦੇ ਦਾਦਾ 10 ਫਰਵਰੀ ਨੂੰ ਅਦਾਲਤ ਦੇ ਵਿੱਚ ਪਹੁੰਚੇ ਸੀ ਇਹ ਅਪੀਲ ਲੈ ਕੇ ਕਿ ਉਹਨਾਂ ਦੇ ਪੋਤੇ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਮੌਤ ਹੋਈ ਕਿਵੇਂ। ਦਾਵਾ ਹੈ ਦਾਦੇ ਦਾ ਕਿ ਉਹਨਾਂ ਦੇ ਪੋਤੇ ਦੇ ਸਿਰ ਵਿੱਚ ਗੋਲੀ ਦੇ ਜ਼ਖਮ ਸਨ। ਅਦਾਲਤ ਨੇ ਦਿੱਲੀ ਪੁਲਿਸ ਨੂੰ ਜਾਂਚ ਬਾਰੇ ਸੁਣਵਾਈ ਦੀ ਅਗਲੀ ਤਰੀਕ 26 ਫਰਵਰੀ ਤੱਕ ਸਥਿਤੀ ਰਿਪੋਰਟ ਦਾਖਲ ਕਰਨ ਦਾ ਹੁਕਮ ਵੀ ਦੇ ਦਿੱਤਾ ਹੈ। ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਦਿੱਲੀ ਹਾਈ ਕੋਰਟ ਦੇ ਵੱਲੋਂ ਦਿੱਲੀ ਪੁਲਿਸ ਤੇ ਕੇਂਦਰ ਸਰਕਾਰ ਨੂੰ ਨਵਰੀਤ ਸਿੰਘ ਦੇ ਮਾਮਲੇ ਵਿੱਚ ਨੋਟਿਸ ਭੇਜਣ ਦਾ ਸਵਾਗਤ ਵੀ ਕੀਤਾ ਹੈ। ਖਹਿਰਾ ਨੇ ਕਿਹਾ ਗ੍ਰਹਿ ਮੰਤਰਾਲੇ ਨੂੰ ਇਸ ਮਾਮਲੇ ਦੀ ਨਿਰਪੱਖਤਾ ਦੇ ਨਾਲ ਜਾਂਚ ਕਰਨੀ ਚਾਹੀਦੀ ਹੈ। ਅਸੀਂ ਸਵਾਗਤ ਕਰਦੇ ਹਾਂ ਜਿਹੜਾ ਦਿੱਲੀ ਹਾਈ ਕੋਰਟ ਨੇ ਅੱਜ ਨਵਰੀਤ ਕਤਲकांड ਵਿੱਚ ਜੋ ITO ਕ੍ਰਾਸਿੰਗ ਵਿੱਚ 26 ਜਨਵਰੀ ਦੀ ਟਰੈਕਟਰ ਪਰੇਡ ਵਿੱਚ ਮਾਰਿਆ ਗਿਆ ਸੀਗਾ, ਉਸ ਵਿੱਚ ਸਰਕਾਰ ਨੂੰ ਤੇ ਦਿੱਲੀ ਪੁਲਿਸ ਨੂੰ ਨੋਟਿਸ ਜਾਰੀ ਕਰਦੇ ਹਾਂ 26 ਫਰਵਰੀ ਦੀ ਡੇਟ ਫਿਕਸ ਕੀਤੀ ਹੈ ਔਰ ਉਹਦੇ 'ਚ ਉਹਨਾਂ ਨੂੰ ਹਦਾਇਤ ਕੀਤੀ ਹੈ ਕਿ ਜਿਹੜੀ ITO ਕ੍ਰਾਸਿੰਗ ਦੀ ਟੋਟਲ CCTV ਫੁਟੇਜ ਔਰ ਜੋ ਸਟੇਟਸ ਰਿਪੋਰਟ ਹੈ ਉਹ ਅਦਾਲਤ ਸਾਹਮਣੇ ਵੀ ਰੱਖੀ ਜਾਵੇ ਔਰ ਉਸ ਦੀ ਇੱਕ ਕਾਪੀ ਪਟੀਸ਼ਨਰ ਜਿਹੜੇ ਨੇ ਹਰਦੀਪ ਸਿੰਘ ਡਿਬਡਿਬਾ ਜਿਨ੍ਹਾਂ ਦਾ ਪੋਤਾ ਮਾਰਿਆ ਗਿਆ ਸੀਗਾ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਨੇ, ਉਹਨਾਂ ਨੂੰ ਵੀ ਇੱਕ ਕਾਪੀ ਸਪਲਾਈ ਕੀਤੀ ਜਾਵੇ। ਇਸ ਦੇ ਨਾਲ ਅਸੀਂ ਮੰਗ ਕਰਦੇ ਹਾਂ ਕਿ ਹੋਮ ਮਿਨਿਸਟਰ ਆਫ ਇੰਡੀਆ ਨੂੰ ਇੱਕ ਨਿਆਇਕ ਜਾਂਚ ਆਰਡਰ ਕਰਨੀ ਚਾਹੀਦੀ ਆ। ਜੋ ਕੁਝ ਵੀ ਵਾਪਰਿਆ ਉਸ ਦਿਨ 26 ਜਨਵਰੀ ਨੂੰ ਕਿਤੇ ਇਹ ਤਾਂ ਨਹੀਂ ਸੀਗਾ ਕਿ ਦਿੱਲੀ ਪੁਲਿਸ ਨੇ ਜਿੱਦਾਂ ਹੁਣ ਸੁਣਨ ਤੇ ਦੇਖਣ ਨੂੰ ਆ ਰਿਹਾ ਕਿ ਉਹਨਾਂ ਨੇ ਸਾਰੇ ਟਰੈਕਟਰ ਪਰੇਡ ਦੇ ਜਿਹੜੇ ਅਸਲ ਰੂਟ ਸੀਗੇ ਕਿਸਾਨ ਅੰਦੋਲਨ ਦੇ ਉਹਨਾਂ ਨੂੰ ਆਪੇ ਹੀ ਬੈਰੀਕੇਡਿੰਗ ਕਰਕੇ ਬਲੌਕ ਕਰਕੇ ਤੇ ਲੋਕਾਂ ਨੂੰ ਰੈੱਡ ਫੋਰਟ ਦੀ ਤਰਫ ਭੇਜਿਆ, ਕਿਉਂਕਿ ਗਾਜ਼ੀਪੁਰ ਵਿੱਚ ਜਦੋਂ ਮੈਂ ਉਸ ਭੋਗ ਤੇ ਗਿਆ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਜਿਹੜਾ ਅਸਲ ਰੂਟ ਦਿੱਤਾ ਸੀ ਗਾਜ਼ੀਪੁਰ ਤੋਂ ਟਰੈਕਟਰ ਪਰੇਡ ਦਾ ਅਸਲ ਰੂਟ ਦੇ ਉੱਤੇ ਆਪੇ ਹੀ ਦਿੱਲੀ ਪੁਲਿਸ ਨੇ ਬੈਰੀਕੇਡਿੰਗ ਕਰਤੀ ਤੇ ਸਾਨੂੰ ਮਜਬੂਰ ਕੀਤਾ ਕਿ ਅਸੀਂ ITO ਕ੍ਰਾਸਿੰਗ ਤੇ ਰੈੱਡ ਫੋਰਟ ਵੱਲੋਂ ਜਾਈਏ। ਅਗਰ ਉਹ ਸਾਜ਼ਿਸ਼ ਹੈ ਤਾਂ ਫਿਰ ਉਹ ਉਸ ਦਾ ਪਰਦਾਫਾਸ਼ ਹੋਣਾ ਚਾਹੀਦਾ। ਇਹ ਹੁਣ ਸਿਰਫ ਤੇ ਸਿਰਫ ਕੋਈ ਫੇਅਰ ਤੇ ਇੰਪਾਰਸ਼ਲ ਇਨਕੁਆਇਰੀ ਹੀ ਇਸ ਦਾ ਖੁਲਾਸਾ ਕਰ ਸਕਦੀ। ਕੇਂਦਰ ਸਰਕਾਰ ਸੋਸ਼ਲ ਮੀਡੀਆ ਪਲੇਟਫਾਰਮਸ ਨੂੰ ਲਗਾਤਾਰ ਡਰਾਉਣ ਲੱਗੀ ਹੈ। ਪਹਿਲਾਂ ਟਵਿੱਟਰ ਨੂੰ ਹੁਕਮ ਚਾੜਿਆ ਗਿਆ ਸੀ ਕਿ ਕਿਸਾਨੀ ਸੰਘਰਸ਼ ਦੀ ਹਮਾਇਤ ਕਰਨ ਵਾਲੇ ਖਾਤੇ ਬੰਦ ਕਰ ਦਿੱਤੇ ਜਾਣ। ਟਵਿੱਟਰ ਨੇ ਖਾਤੇ ਤਾਂ ਬੰਦ ਕਰ ਦਿੱਤੇ ਪਰ ਨਾਲ ਹੀ ਆਪਣਾ ਬਿਆਨ ਵੀ ਜਾਰੀ ਕੀਤਾ ਕਿ ਲੋਕਾਂ ਦੀ ਬੋਲਣ ਦੀ ਆਜ਼ਾਦੀ ਦੇ ਅਧਿਕਾਰ ਦੀ ਅਸੀਂ ਉਲੰਘਣਾ ਨਹੀਂ ਕਰਾਂਗੇ, ਉਹਨਾਂ ਨੂੰ ਬੋਲਣ ਦੀ ਆਜ਼ਾਦੀ ਹੈ। ਪਰ ਹੁਣ ਤਾਂ ਕੇਂਦਰੀ ਸੂਚਨਾ ਟੈਕਨੋਲੋਜੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਵੱਡਾ ਹੁਕਮ ਚਾੜ ਦਿੱਤਾ ਹੈ। ਕਿਹਾ ਕਿ ਸੋਸ਼ਲ ਮੀਡੀਆ ਪਲੇਟਫਾਰਮਸ ਫੇਸਬੁੱਕ, ਟਵਿੱਟਰ, WhatsApp ਅਤੇ LinkedIn ਨੂੰ ਅਸੀਂ ਚੇਤਾਵਨੀ ਦਿੰਦੇ ਹਾਂ ਕਿ ਜੇ ਇਹਨਾਂ ਦੀ ਵਰਤੋਂ ਭਾਰਤ ਦੇ ਵਿੱਚ ਝੂਠੀਆਂ ਖਬਰਾਂ ਫੈਲਾਉਣ, ਹਿੰਸਾ ਜਾਂ ਅਸ਼ਾਂਤੀ ਨੂੰ ਉਤਸ਼ਾਹਿਤ ਕਰਨ ਦੇ ਲਈ ਕੀਤੀ ਗਈ ਤਾਂ ਅਸੀਂ ਇਹਨਾਂ ਖਿਲਾਫ ਸਖਤੀ ਕਰਾਂਗੇ। ਮੰਤਰੀ ਨੇ ਰਾਜ ਸਭਾ ਦੇ ਵਿੱਚ ਸਿਫਰ ਕਾਲ ਦੌਰਾਨ ਵੱਖ-ਵੱਖ ਪ੍ਰਸ਼ਨਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਸਰਕਾਰ ਸੋਸ਼ਲ ਮੀਡੀਆ ਦਾ ਸਤਿਕਾਰ ਕਰਦੀ ਹੈ, ਲੋਕਾਂ ਨੂੰ ਇਸ ਪਲੇਟਫਾਰਮ ਰਾਹੀਂ ਤਾਕਤ ਦਿੱਤੀ ਜਾਂਦੀ ਹੈ। ਉਹਨਾਂ ਕਿਹਾ ਕਿ ਸੋਸ਼ਲ ਮੀਡੀਆ ਨੇ ਭਾਰਤ ਦੇ ਡਿਜੀਟਲ ਇੰਡੀਆ ਪ੍ਰੋਗਰਾਮ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਸਰਕਾਰ ਆਲੋਚਨਾ ਦੇ ਅਧਿਕਾਰ ਦਾ ਵੀ ਸਤਿਕਾਰ ਕਰਦੀ ਹੈ, ਪਰ ਜੇ ਅਜਿਹੇ ਫੋਰਮਾਂ ਨੇ ਦੇਸ਼ ਦੇ ਸੰਵਿਧਾਨ ਤੇ ਕਾਨੂੰਨਾਂ ਦੀ ਉਲੰਘਣਾ ਕੀਤੀ ਤਾਂ ਅਸੀਂ ਸਖਤੀ ਕਰਨ ਤੋਂ ਨਹੀਂ ਝਿਜਕਾਂਗੇ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਹੈ ਔਰ ਇਸ ਗੱਲਬਾਤ ਦੇ ਵਿੱਚ ਖੇਤੀ ਕਾਨੂੰਨਾਂ ਅਤੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦਾ ਮੁੱਦਾ ਵੀ ਵਿਚਾਰਿਆ ਗਿਆ। ਟਰੂਡੋ ਨੇ ਬੁੱਧਵਾਰ ਨੂੰ ਮੋਦੀ ਨੂੰ ਟੈਲੀਫੋਨ ਕੀਤਾ। ਟਰੂਡੋ ਨੇ ਟਵੀਟ ਕੀਤਾ ਕਿ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕਈ ਮਹੱਤਵਪੂਰਨ ਮੁੱਦਿਆਂ ਤੇ ਚੰਗੀ ਗੱਲਬਾਤ ਕੀਤੀ ਤੇ ਅਸੀਂ ਸੰਪਰਕ ਵਿੱਚ ਰਹਿਣ ਤੇ ਸਹਿਮਤ ਹੋਏ ਹਾਂ। ਫੋਨ ਤੇ ਹੋਈ ਗੱਲਬਾਤ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਮੋਦੀ ਨੂੰ ਦੱਸਿਆ ਕਿ ਕੈਨੇਡਾ ਨੂੰ ਭਾਰਤ ਤੋਂ ਕਿੰਨੀ ਮਾਤਰਾ ਵਿੱਚ ਕੋਰੋਨਾ ਵਾਇਰਸ ਦੀ ਵੈਕਸੀਨ ਦੀ ਦਵਾਈ ਚਾਹੀਦੀ ਹੈ, ਯਾਨੀ ਕਿ ਫੋਨ ਤੇ ਉਹਨਾਂ ਨੇ ਭਾਰਤ ਤੋਂ ਕੋਰੋਨਾ ਦੀ ਦਵਾਈ ਵੀ ਮੰਗੀ ਹੈ।
ਟਰੂਡੋ ਨੇ ਕਿਹਾ ਕਿ ਦੋਵੇਂ ਦੇਸ਼ਾਂ ਨੂੰ ਜਮਹੂਰੀ ਸਿਧਾਂਤਾਂ, ਪ੍ਰਦਰਸ਼ਨਾਂ ਤੇ ਗੱਲਬਾਤ ਨਾਲ ਸਮੱਸਿਆ ਦੇ ਹੱਲ ਦੀ ਅਹਿਮ ਲੋੜ ਹੈ। ਇਹ ਖੇਤੀ ਕਾਨੂੰਨਾਂ ਤੇ ਚੱਲ ਰਹੇ ਵਿਰੋਧ ਪ੍ਰਦਰਸ਼ਨ ਨੂੰ ਲੈ ਕੇ ਟਰੂਡੋ ਨੇ ਗੱਲਬਾਤ ਕੀਤੀ ਹੈ। ਦੋਵੇਂ ਲੀਡਰਾਂ ਨੇ ਆਲਮੀ ਅਰਥਚਾਰੇ ਨੂੰ ਪਟੜੀ ਤੇ ਲਿਆਉਣ ਲਈ ਮਿਲ ਕੇ ਕੰਮ ਕਰਨ ਦੀ ਲੋੜ ਤੇ ਬਲ ਦਿੱਤਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਵੀ ਟਵੀਟ ਕੀਤਾ ਹੈ ਕਿ ਮੇਰੇ ਮਿੱਤਰ ਜਸਟਿਨ ਟਰੂਡੋ ਦਾ ਫੋਨ ਆਉਣ ਤੇ ਮੈਨੂੰ ਖੁਸ਼ੀ ਹੋਈ ਹੈ। ਅਸੀਂ ਉਹਨਾਂ ਨੂੰ ਭਰੋਸਾ ਦਿੱਤਾ ਹੈ ਕਿ ਕੈਨੇਡਾ ਨੂੰ ਜਿੰਨੀ ਮਾਤਰਾ ਵਿੱਚ ਕੋਵਿਡ-19 ਦੀ ਵੈਕਸੀਨ ਚਾਹੀਦੀ ਹੈ, ਅਸੀਂ ਉਹਨਾਂ ਦੀ ਮੰਗ ਪੂਰੀ ਕਰਾਂਗੇ। ਮਨੁੱਖੀ ਅਧਿਕਾਰਾਂ ਬਾਰੇ ਕੌਮਾਂਤਰੀ ਸੰਸਥਾ ਐਮਨੈਸਟੀ ਇੰਟਰਨੈਸ਼ਨਲ ਨੇ ਵੀ ਬਿਆਨ ਜਾਰੀ ਕਰਕੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਚੱਲ ਰਹੇ ਰੋਸ ਪ੍ਰਦਰਸ਼ਨਾਂ ਦੀ ਹਮਾਇਤ ਕੀਤੀ ਹੈ ਅਤੇ ਭਾਰਤ ਸਰਕਾਰ ਨੂੰ ਪੱਤਰਕਾਰਾਂ, ਮੁਜ਼ਾਹਰਾਕਾਰੀਆਂ ਤੇ ਕਿਸਾਨ ਲੀਡਰਾਂ ਨੂੰ ਟਾਰਗੇਟ ਕਰਨ ਦੀਆਂ ਕੋਸ਼ਿਸ਼ਾਂ ਬੰਦ ਕਰਨ ਲਈ ਕਿਹਾ ਹੈ। ਸ਼ਾਂਤਮਈ ਤਰੀਕੇ ਨਾਲ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਗ੍ਰਿਫਤਾਰ ਕੀਤੇ ਲੋਕਾਂ ਨੂੰ ਰਿਹਾ ਕਰਨ ਦੀ ਵੀ ਅਪੀਲ ਕੀਤੀ ਹੈ। ਇਹ ਐਮਨੈਸਟੀ ਇੰਟਰਨੈਸ਼ਨਲ ਨੇ ਟਵਿੱਟਰ ਦੇ ਉੱਤੇ ਆਪਣਾ ਬਿਆਨ ਜਾਰੀ ਕੀਤਾ ਹੈ। ਬਿਹਾਰ ਦੇ ਮੁੱਖ ਮੰਤਰੀ ਅਤੇ ਜਨਤਾ ਦਲ JDU ਦੇ ਲੀਡਰ ਨਿਤੀਸ਼ ਕੁਮਾਰ ਵੀ 3 ਖੇਤੀ ਕਾਨੂੰਨਾਂ ਦੇ ਸਮਰਥਨ ਵਿੱਚ ਕੇਂਦਰ ਦੇ ਹੱਕ ਵਿੱਚ ਖੜ ਗਏ ਨੇ। ਉਹਨਾਂ ਕਿਹਾ ਕਿ ਕਾਨੂੰਨ ਕਿਸਾਨਾਂ ਦੇ ਹਿੱਤ ਵਿੱਚ ਹਨ, ਨਾ ਕਿ ਉਹਨਾਂ ਦੇ ਵਿਰੋਧ ਵਿੱਚ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਬਿਹਾਰ ਦੇ ਮੁੱਖ ਮੰਤਰੀ ਨੇ ਇਹ ਬਿਆਨ ਜਾਰੀ ਕੀਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਪਾਰਟੀ ਇਸ ਮੁੱਦੇ ਤੇ ਸਰਕਾਰ ਦੇ ਨਾਲ ਹੈ। ਕੇਂਦਰ ਨੇ ਕਿਸਾਨ ਯੂਨੀਅਨਾਂ ਦੇ ਨਾਲ ਗੱਲਬਾਤ ਕਰਨ ਦਾ ਸਹੀ ਰਾਹ ਚੁਣਿਆ ਹੈ। 26 ਜਨਵਰੀ ਨੂੰ ਦਿੱਲੀ ਦੇ ਲਾਲ ਕਿਲ੍ਹੇ ਦੇ ਵਿੱਚ ਜੋ ਕੁਝ ਵੀ ਵਾਪਰਿਆ ਉਸ ਨੂੰ ਲੈ ਕੇ ਦੀਪ ਸਿੱਧੂ ਅਤੇ ਇਕਬਾਲ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਦਿੱਲੀ ਪੁਲਿਸ ਨੇ ਮੋਗਾ ਦੇ ਇੱਕ ਨੌਜਵਾਨ ਨੂੰ ਵੀ ਨੋਟਿਸ ਭੇਜਿਆ ਕਿ ਉਹ ਇਸ ਤਫਤੀਸ਼ ਦਾ ਹਿੱਸਾ ਬਣੇ ਤੇ ਆਪਣੇ ਟਰੈਕਟਰ ਦੀ ਸ਼ਮੂਲੀਅਤ ਬਾਰੇ ਵੀ ਜਾਣਕਾਰੀ ਦੇਵੇ। ਨੋਟਿਸ ਦੇ ਮੁਤਾਬਿਕ ਦਿੱਲੀ ਪੁਲਿਸ ਨੇ ਨੌਜਵਾਨ ਦੇ ਟਰੈਕਟਰ ਦੇ ਉਸ ਨੰਬਰ ਤੋਂ ਨੌਜਵਾਨ ਨੂੰ ਨੋਟਿਸ ਭੇਜਿਆ ਜਿਹੜਾ ਕਿ ਉਹਨੇ 2015 ਦੇ ਵਿੱਚ ਵੇਚ ਦਿੱਤਾ ਸੀ ਤੇ ਅੱਜਕੱਲ ਉਹ ਆਸਟ੍ਰੇਲੀਆ ਦੇ ਵਿੱਚ ਰਹਿ ਰਿਹਾ ਹੈ। ਸਿੰਘੂ ਬਾਰਡਰ ਜਿੱਥੇ 2 ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਕਿਸਾਨ ਮੋਰਚੇ ਗੱਡ ਕੇ ਬੈਠੇ ਨੇ, ਉੱਥੇ ਦੀਪ ਸਿੱਧੂ, ਲੱਖਾ ਸਿਧਾਣਾ ਤੇ ਗ੍ਰਿਫਤਾਰ ਕੀਤੇ ਗਏ ਹੋਰ ਨੌਜਵਾਨਾਂ ਦੇ ਹੱਕ ਵਿੱਚ ਸਿੰਘੂ ਬਾਰਡਰ ਤੇ ਡਟੇ ਹੋਏ ਨੌਜਵਾਨਾਂ, ਬਜ਼ੁਰਗਾਂ ਤੇ ਬੀਬੀਆਂ ਨੇ ਪੈਦਲ ਮਾਰਚ ਕੱਢਿਆ। ਇਸ ਦੌਰਾਨ ਨੌਜਵਾਨਾਂ ਨੇ ਜਿੱਥੇ ਗ੍ਰਿਫਤਾਰ ਨੌਜਵਾਨਾਂ ਦੀ ਰਿਹਾਈ ਦੇ ਪੋਸਟਰ ਫੜੇ, ਉੱਥੇ ਹੀ ਨੌਦੀਪ ਕੌਰ, ਦੀਪ ਸਿੱਧੂ ਦੀ ਰਿਹਾਈ ਦੇ ਵੀ ਪੋਸਟਰ ਫੜੇ। ਨੌਜਵਾਨਾਂ ਵੱਲੋਂ ਲੱਖਾ ਸਿਧਾਣਾ ਤੇ ਦੀਪ ਸਿੱਧੂ ਦੇ ਸਮਰਥਨ ਵਾਲੇ ਪੋਸਟਰ ਵੀ ਹੱਥਾਂ ਵਿੱਚ ਫੜੇ ਹੋਏ ਸੀ। ਇਹ ਮਾਰਚ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਨਹੀਂ ਕੱਢਿਆ ਗਿਆ ਸੀ, ਸਗੋਂ ਮੋਰਚੇ ਦੇ ਵਿੱਚ ਪਹੁੰਚੇ ਨੌਜਵਾਨਾਂ ਨੇ ਹੀ ਆਪਣੇ ਤੌਰ ਤੇ ਇਹ ਮਾਰਚ ਕੱਢਿਆ ਹੈ ਤੇ ਇਸ ਦੀ ਅਗਵਾਈ ਕੀਤੀ। ਕਾਂਗਰਸ ਦੇ ਸਾਂਸਦ ਰਵਨੀਤ ਬਿੱਟੂ ਨੇ ਪਿਛਲੇ ਦਿਨੀ ਸਦਨ ਦੇ ਵਿੱਚ ਕਿਹਾ ਸੀ ਕਿ 26 ਜਨਵਰੀ ਦੀ ਹਿੰਸਾ ਲਈ ਯੋਗੇਂਦਰ ਯਾਦਵ ਹੀ ਜ਼ਿੰਮੇਵਾਰ ਹੈ। ਯੋਗੇਂਦਰ ਯਾਦਵ ਹੀ ਸਭ ਤੋਂ ਵੱਡਾ ਅੱਗ ਲਾਉਣ ਵਾਲਾ ਹੈ। ਉਸਨੇ ਹੀ ਕਿਸਾਨਾਂ ਨੂੰ ਭੜਕਾਇਆ। ਕਿਹਾ ਸੀ ਕਿ ਜੇ ਸਰਕਾਰ ਯੋਗੇਂਦਰ ਯਾਦਵ ਨੂੰ ਫੜ ਲਵੇ ਤਾਂ ਸਰਕਾਰ ਕਿਸਾਨਾਂ ਨਾਲ ਸਿੱਧੀ ਗੱਲ ਕਰਨ ਦੇ ਯੋਗ ਹੋ ਜਾਏਗੀ। ਉਹੀ ਯੋਗੇਂਦਰ ਯਾਦਵ ਪਹਿਲਾਂ ਖੇਤੀ ਸੁਧਾਰਾਂ ਦੀ ਗੱਲ ਕਰਦੇ ਸੀ। ਕੋਈ ਵੀ ਕਿਸਾਨ ਦੇਸ਼ ਦੇ ਵਿਰੁੱਧ ਨਹੀਂ ਹੈ। ਪੰਜਾਬ ਦੇ ਲੋਕ ਅਜਿਹਾ ਕੁਝ ਨਹੀਂ ਕਰ ਸਕਦੇ ਜਿਹੜਾ ਤਿਰੰਗੇ ਦੇ ਮਾਣ ਨੂੰ ਭੰਗ ਕਰਨ ਵਾਲਾ ਹੋਵੇ। ਤੇ ਰਵਨੀਤ ਬਿੱਟੂ ਦੇ ਉਸ ਬਿਆਨ ਤੋਂ ਬਾਅਦ ਯੋਗੇਂਦਰ ਯਾਦਵ ਨੇ ਆਪਣੇ ਫੇਸਬੁੱਕ ਪੇਜ ਤੋਂ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ। ਆਪਣੇ ਫੇਸਬੁੱਕ ਪੇਜ ਤੋਂ ਸਵਰਾਜ ਅਭਿਆਨ ਦੀ ਇੱਕ ਪੋਸਟ ਸਾਂਝੀ ਕੀਤੀ ਹੈ। ਪੋਸਟ ਵਿੱਚ ਲਿਖਿਆ ਗਿਆ ਸੀ ਕਿ ਯੋਗੇਂਦਰ ਦੇ ਕਿਸਾਨ ਅੰਦੋਲਨ ਦਾ ਹੀ ਕਮਾਲ ਹੈ ਕਿ ਬੀਜੇਪੀ ਤੇ ਕਾਂਗਰਸ ਤੋਂ ਲੈ ਕੇ ਖਾਲਿਸਤਾਨੀਆਂ ਤੱਕ ਸਭ ਲਈ ਪਰੇਸ਼ਾਨੀ ਦਾ ਸਬੱਬ ਬਣੇ ਹੋਏ ਨੇ। ਕਿਸਾਨ ਲੀਡਰ ਜਗਮੋਹਨ ਸਿੰਘ ਨੇ ਵੀ ਕਿਹਾ ਕਿ ਯੋਗੇਂਦਰ ਯਾਦਵ ਕਿਸਾਨਾਂ ਦੇ ਬੁਲਾਰੇ ਨੇ, ਅਸੀਂ ਇਸ ਬਾਰੇ ਕੁਝ ਨਹੀਂ ਕਹਾਂਗੇ। ਜਿਵੇਂ ਸਰਕਾਰ ਕਿਸਾਨਾਂ ਨੂੰ ਅੱਤਵਾਦੀ, ਨਕਸਲਵਾਦੀ ਕਹਿ ਰਹੀ ਸੀ, ਖਾਲਿਸਤਾਨੀ ਕਹਿ ਰਹੀ ਸੀ, ਉਸੇ ਲੜੀ ਵਿੱਚ ਬਿੱਟੂ ਯੋਗੇਂਦਰ ਯਾਦਵ ਨੂੰ ਇਹ ਕਹਿ ਰਹੇ ਨੇ। ਇਹੀ ਗੱਲ ਕੱਲ ਨੂੰ ਹੋਰ ਕਿਸਾਨ ਆਗੂਆਂ ਬਾਰੇ ਇਹ ਕਹਿਣਗੇ। ਅਸੀਂ ਇਸ ਦੀ ਨਿੰਦਿਆ ਕਰਦੇ ਹਾਂ। ਸਰਕਾਰੀ ਤੰਤਰ ਦੀ ਸ਼ਹਿ ਦੇ ਉੱਤੇ ਦਿੱਲੀ ਪੁਲਿਸ ਦੀ ਧੱਕੇਸ਼ਾਹੀ ਦੀ ਮਿਸਾਲ ਮਿਲਦੀ ਹੈ ਇਹਨਾਂ ਗੱਲਾਂ ਤੋਂ, ਜਦੋਂ 26 ਜਨਵਰੀ ਜਾਂ ਉਸ ਤੋਂ ਪਹਿਲਾਂ ਜਾਂ ਉਸ ਤੋਂ ਬਾਅਦ ਗ੍ਰਿਫਤਾਰ ਕੀਤੇ ਕਿਸਾਨਾਂ ਨੂੰ ਜਾਂ ਹੋਰ ਲੋਕ ਜਿਹੜੇ ਸੰਘਰਸ਼ ਦੀ ਹਮਾਇਤ ਕਰ ਰਹੇ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਪਰ FIR ਦੀ ਕਾਪੀ ਨਹੀਂ ਦਿੱਤੀ ਜਾ ਰਹੀ। ਉਸ ਤੋਂ ਬਾਅਦ ਦਿੱਲੀ ਦੀ ਇੱਕ ਅਦਾਲਤ ਨੇ ਦਿੱਲੀ ਪੁਲਿਸ ਨੂੰ ਹੁਕਮ ਦਿੱਤਾ ਹੈ ਕਿ 26 ਜਨਵਰੀ ਦੇ ਘਟਨਾਕ੍ਰਮ ਦੇ ਨਾਲ ਜੁੜੀਆਂ FIRs ਇੰਟਰਨੈਟ ਤੇ ਪਾਈਆਂ ਜਾਣ ਤਾਂ ਜੋ ਇਸ ਮਾਮਲੇ ਵਿੱਚ ਗ੍ਰਿਫਤਾਰ ਲੋਕਾਂ ਦੇ ਨੁਮਾਇੰਦਿਆਂ ਨੂੰ ਭਟਕਣਾ ਨਾ ਪਵੇ। ਮੈਟਰੋਪੋਲੀਟਨ ਮੈਜਿਸਟ੍ਰੇਟ ਅਭਿਨਵ ਪਾਂਡੇ ਨੇ ਇੱਕ ਮੁਲਜ਼ਮ ਵੱਲੋਂ ਪਾਈ ਅਪੀਲ ਦੀ ਸੁਣਵਾਈ ਦੇ ਦੌਰਾਨ ਇਹ ਹੁਕਮ ਜਾਰੀ ਕੀਤੇ ਨੇ। ਮੁਲਜ਼ਮ ਨੂੰ ਨਿਆਇਕ ਹਿਰਾਸਤ ਵਿੱਚ ਭੇਜੇ ਜਾਣ ਦੇ ਬਾਵਜੂਦ FIR ਦੀ ਕਾਪੀ ਹੀ ਨਹੀਂ ਦਿੱਤੀ ਗਈ। ਅਦਾਲਤ ਨੇ ਕਿਹਾ ਕਿ ਨਾਂਗਲੋਈ ਥਾਣੇ ਵਿੱਚ ਦਰਜ FIRs ਨੂੰ ਦਿੱਲੀ ਹਾਈ ਕੋਰਟ ਦੇ ਹੁਕਮਾਂ ਦੇ ਮੁਤਾਬਿਕ ਦਿੱਲੀ ਪੁਲਿਸ ਦੀ ਵੈਬਸਾਈਟ ਉੱਤੇ ਪਾਇਆ ਜਾਵੇ ਤਾਂ ਜੋ ਲੋਕਾਂ ਨੂੰ ਭਟਕਣਾ ਨਾ ਪਵੇ। ਬਹੁਤ ਹੀ ਮੁੱਦੇ ਦੀ ਗੱਲ ਹੈ ਜਿਹੜੀ ਅਦਾਲਤ ਨੇ ਕੀਤੀ ਹੈ ਤੇ ਮੁੱਦਾ ਜਿਹੜਾ ਬਹੁਤ ਹੀ ਚੰਗਾ
ਚੁੱਕਿਆ ਗਿਆ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ 18 ਫਰਵਰੀ ਨੂੰ ਰੇਲ ਰੋਕੋ ਅੰਦੋਲਨ ਦੇ ਵਿੱਚ 12 ਵਜੇ ਤੋਂ 4 ਵਜੇ ਤੱਕ ਦੇਸ਼ ਵਾਸੀਆਂ ਨੂੰ ਜੁੜਨ ਦਾ ਸੱਦਾ ਦਿੱਤਾ ਹੈ ਕਿ 12 ਵਜੇ ਤੋਂ 4 ਵਜੇ ਤੱਕ ਇਸ ਰੇਲ ਰੋਕੋ ਸੰਘਰਸ਼ ਦੇ ਵਿੱਚ ਜ਼ਰੂਰ ਯੋਗਦਾਨ ਪਾਇਆ ਜਾਵੇ। ਪੰਧੇਰ ਨੇ ਭਾਰਤ ਦੀਆਂ ਸਾਰੀਆਂ ਰੇਲਾਂ ਰੋਕਣ ਲਈ ਲੋਕਾਂ ਨੂੰ ਲਾਮਬੰਦ ਹੋਣ ਦਾ ਸੱਦਾ ਦਿੱਤਾ ਹੈ। ਪੰਧੇਰ ਨੇ ਕਿਹਾ ਕਿ ਹਾਲੇ ਹੋਰ ਵੀ ਕਈ ਪ੍ਰੋਗਰਾਮ ਨੇ ਜੋ ਇੱਕ ਤੋਂ ਬਾਅਦ ਇੱਕ ਜਾਰੀ ਕੀਤੇ ਜਾਣਗੇ। ਲੋਕ ਸਭਾ ਦੇ ਵਿੱਚ ਪ੍ਰਧਾਨ ਮੰਤਰੀ ਬਿਆਨ ਦੇ ਰਹੇ ਨੇ ਕਿ ਕਿਸਾਨ ਟੇਬਲ ਤੇ ਬਹਿ ਕੇ ਗੱਲ ਕਰਨ, ਸਾਡੇ ਨਾਲ ਗੱਲ ਕਰਨ ਤੋਂ ਪਹਿਲਾਂ ਸਰਕਾਰ ਨੂੰ ਚਾਹੀਦਾ ਹੈ ਕਿ ਗ੍ਰਿਫਤਾਰ ਕੀਤੇ ਗਏ ਕਿਸਾਨਾਂ ਨੂੰ ਰਿਹਾ ਕੀਤਾ ਜਾਵੇ। ਦੇਸ਼ ਦੇ ਲੋਕ ਆਵਾਜ਼ ਚੁੱਕ ਰਹੇ ਨੇ ਤੇ ਕਿਸਾਨਾਂ ਨੂੰ ਅੰਦੋਲਨਜੀਵੀ ਕਹਿ ਕੇ ਸਰਕਾਰ ਬਦਨਾਮ ਕਰ ਰਹੀ ਹੈ। ਅੰਦੋਲਨ ਦੀ ਪਵਿੱਤਰਤਾ ਦੱਸਣ ਵਾਲੀ ਬੀਜੇਪੀ ਸਰਕਾਰ ਦੇ ਲੋਕ ਧਰਨਿਆਂ ਤੇ ਆ ਕੇ ਜਦੋਂ ਹਮਲਾ ਕਰਦੇ ਨੇ ਤਾਂ ਕੀ ਸਰਕਾਰ ਨੇ ਇਸ ਨਾਲ ਆਪਣੀ ਪਵਿੱਤਰਤਾ ਨਹੀਂ ਗਵਾਈ? ਇਹ ਸਵਾਲ ਕੀਤਾ ਹੈ ਸਰਵਣ ਸਿੰਘ ਪੰਧੇਰ ਨੇ। ਟੇਬਲ ਤੇ ਬਹਿਣ ਤੋਂ ਪਹਿਲਾਂ ਕੀ ਕੁਝ ਹੋਣਾ ਚਾਹੀਦਾ? ਗ੍ਰਿਫਤਾਰ ਕੀਤੇ ਜਿਹੜੇ ਕਿਸਾਨ ਆ ਉਹਨਾਂ ਨੂੰ ਰਿਹਾ ਕੀਤਾ ਜਾਣਾ, ਬੈਰੀਗੇਟਿੰਗ ਜਿਹੜੀ ਆ ਪਿੱਛੇ ਕੀਤੀ ਜਾਣੀ, ਆਮ ਮਾਹੌਲ ਪੈਦਾ ਕੀਤਾ ਜਾਣਾ ਚਾਹੀਦਾ। ਨਜਾਇਜ਼ ਪੰਜਾਬ ਦੀ ਜਵਾਨੀ ਨੂੰ ਕੇਸਾਂ ਵਿੱਚ ਨਹੀਂ ਉਲਝਾਉਣਾ ਚਾਹੀਦਾ। ਜਿੰਨੀ ਜਲਦੀ ਹੋ ਸਕਦਾ ਖੇਤੀ ਦੇ ਕਾਨੂੰਨ ਰੱਦ ਕਰੋ, MSP ਦੀ ਖਰੀਦ ਦੀ ਗਰੰਟੀ ਵਾਲਾ ਕਾਨੂੰਨ ਲੈ ਕੇ ਆਓ। ਮੈਂ ਭਾਰਤ ਦੇ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ, ਅੰਦੋਲਨ ਨੂੰ ਐਡਾ ਵੱਡਾ ਕਰ ਦਿਓ, ਸਰਕਾਰ ਬੈਕਫੁੱਟ ਤੇ ਆ। ਇਹ ਵੱਡੇ ਅੰਦੋਲਨ ਦੇ ਨਾਲ ਖੇਤੀ ਦੇ ਕਾਨੂੰਨ ਆਪਾਂ ਰੱਦ ਕਰਵਾ ਸਕਦੇ ਹਾਂ। ਇਸੇ ਦਰਮਿਆਨ ਇੱਕ ਹੋਰ ਵੀ ਖਬਰ ਤੁਹਾਨੂੰ ਦੱਸ ਦਈਏ ਕਿ ਟਰੈਕਟਰ ਟੂ ਟਵਿੱਟਰ ਜੋ ਕਿ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਦੇ ਵਜੋਂ ਬਣਾਇਆ ਗਿਆ ਹੈ, ਵਿਦੇਸ਼ਾਂ ਦੇ ਵਿੱਚ ਰਹਿੰਦੇ ਜਿਹੜੇ ਪੰਜਾਬੀ ਨੌਜਵਾਨ ਨੇ ਉਹਨਾਂ ਨੇ ਇਹ ਪਹਿਲ ਕੀਤੀ ਹੈ। ਉਹਨਾਂ ਨੇ 11 ਫਰਵਰੀ ਨੂੰ ਸਵੇਰੇ ਉਹ ਹਰ ਦਿਨ ਇੱਕ ਹੈਸ਼ਟੈਗ ਦਿੰਦੇ ਨੇ ਕਿ ਇਸ ਹੈਸ਼ਟੈਗ ਦੇ ਨਾਲ ਟਵੀਟ ਕੀਤੇ ਜਾਣ, #BJP ਗਵਰਨਮੈਂਟ ਡਿਕਟੇਟਿੰਗ ਟਵਿੱਟਰ। ਇਹ ਹੈਸ਼ਟੈਗ ਦਿੱਤਾ ਸੀ। ਉਸ ਤੋਂ ਬਾਅਦ ਜਿੰਨੇ ਵੀ ਟਵੀਟ ਟਰੈਕਟਰ ਟੂ ਟਵਿੱਟਰ ਨੇ ਕੀਤੇ ਉਹ ਸਾਰੇ ਹੀ ਕੰਟੈਂਟ ਸੈਂਸਿਟਿਵ ਦੱਸਦੇ ਹੋਏ ਹਟਾ ਦਿੱਤੇ ਗਏ। ਨਵਜੋਤ ਸਿੰਘ ਸਿੱਧੂ ਨੇ ਵੀ ਟਵਿੱਟਰ ਦੇ ਉੱਤੇ ਲਿਖਿਆ, ਕਿਆ ਲਿਖੂं ਕਲਮ ਜਕੜ में है, कैसे लिखूं हाथ तानाशाह की पकड़ में है। ਭਵਾਨੀਗੜ੍ਹ ਦੇ ਵਿੱਚ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਵੱਲੋਂ ਕੇਂਦਰ ਤੇ ਹਰਿਆਣਾ ਸਰਕਾਰ ਦੀਆਂ ਪਿੰਡ ਕਾਲਾ ਝਾੜ ਤੇ ਫੁੰਮਣਵਾਲ ਵਿੱਚ ਅਰਥੀਆਂ ਫੂਕੀਆਂ ਗਈਆਂ। ਰੋਸ ਹੈ ਜਿਹੜੀ ਮਜ਼ਦੂਰ ਅਧਿਕਾਰ ਜਥੇਬੰਦੀ ਦੀ ਨੌਜਵਾਨ ਲੀਡਰ ਨਵਦੀਪ ਕੌਰ ਨੂੰ ਝੂਠੇ ਕੇਸ ਵਿੱਚ ਗ੍ਰਿਫਤਾਰ ਕਰਨ ਦਾ ਰੋਸ ਹੈ, ਉਹਦੇ ਤੇ ਤਸ਼ੱਦਦ ਢਾਉਣ ਦਾ ਰੋਸ ਹੈ, ਜਿਸ ਤੇ ਰੋਸ ਵਜੋਂ ਇਹ ਅਰਥੀਆਂ ਫੂਕੀਆਂ ਗਈਆਂ। ਰੋਸ ਇਹ ਵੀ ਹੈ ਕਿ ਖੇਤੀ ਕਾਨੂੰਨਾਂ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕਰ ਰਹੇ ਜਿੰਨੇ ਵੀ ਕਿਸਾਨ, ਨੌਜਵਾਨ, ਬਜ਼ੁਰਗ ਗ੍ਰਿਫਤਾਰ ਕੀਤੇ ਗਏ ਨੇ ਉਹਨਾਂ ਨੂੰ ਰਿਹਾ ਕਿਉਂ ਨਹੀਂ ਕੀਤਾ ਜਾ ਰਿਹਾ। ਹਰਿਆਣਾ ਪੁਲਿਸ ਨੇ ਨਵਦੀਪ ਕੌਰ ਤੇ ਸੰਗੀਨ ਧਾਰਾਵਾਂ ਤਹਿਤ ਝੂਠਾ ਪਰਚਾ ਦਰਜ ਕੀਤਾ ਹੈ, ਉਸ ਨੂੰ ਗਲਤ ਗ੍ਰਿਫਤਾਰ ਕੀਤਾ ਹੈ, ਇਹ ਇਲਜ਼ਾਮ ਲਾਇਆ ਇੱਥੇ ਸੰਘਰਸ਼ ਕਰਨ ਵਾਲੇ ਮੁਜ਼ਾਹਰਾਕਾਰੀਆਂ ਨੇ। 14 ਫਰਵਰੀ ਨੂੰ ਪੰਜਾਬ ਦੇ ਵਿੱਚ ਨਗਰ ਕੌਂਸਲ ਤੇ ਨਗਰ ਨਿਗਮ ਚੋਣਾਂ ਹੋਣਗੀਆਂ, ਜ਼ਿਮਨੀ ਚੋਣਾਂ ਵੀ ਹੋਣਗੀਆਂ ਤੇ ਇਸ ਦੇ ਮੱਦੇਨਜ਼ਰ ਜਿਹੜੀ ਪੰਜਾਬ ਦੇ ਵਿੱਚ ਹਿੰਸਾ ਹੋ ਰਹੀ ਹੈ ਉਸ ਦਰਮਿਆਨ ਕਾਂਗਰਸ ਪਾਰਟੀ ਦੇ ਖਿਲਾਫ ਧੱਕੇਸ਼ਾਹੀ ਕਰਨ ਦਾ ਸ਼ੱਕ ਹੈ ਜਿਹੜਾ ਉਹ ਜਤਾਇਆ ਜਾ ਰਿਹਾ ਹੈ। ਇਸ ਨੂੰ ਲੈ ਕੇ ਬੀਜੇਪੀ ਦੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਜਿਆਣੀ ਨੇ ਫਾਜ਼ਿਲਕਾ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਕਾਂਗਰਸ ਉੱਤੇ ਧੱਕੇਸ਼ਾਹੀ ਕਰਨ ਦੇ ਇਲਜ਼ਾਮ ਲਾਏ। ਕਿਹਾ ਕਿ ਕਾਂਗਰਸ ਨੇ ਕਿਸਾਨਾਂ ਨੂੰ ਸਾਡੇ ਉਮੀਦਵਾਰਾਂ ਦੇ ਘਰਾਂ ਦੇ ਮੂਹਰੇ ਪ੍ਰਦਰਸ਼ਨ ਕਰਨ ਲਈ ਉਕਸਾ ਕੇ ਭੇਜਿਆ ਤੇ ਉੱਥੇ ਹੀ ਕਾਂਗਰਸ ਦੇ ਵੱਲੋਂ ਇਹਨਾਂ ਚੋਣਾਂ ਦੇ ਵਿੱਚ ਵੀ ਧੱਕੇਸ਼ਾਹੀ ਕੀਤੀ ਜਾਏਗੀ, ਯਾਨੀ ਕਿ 14 ਫਰਵਰੀ ਨੂੰ ਜਦੋਂ ਵੋਟਾਂ ਪੈਣਗੀਆਂ ਉਦੋਂ ਵੀ ਧੱਕੇਸ਼ਾਹੀ ਕਾਂਗਰਸ ਵੱਲੋਂ ਕੀਤੀ ਜਾਏਗੀ। ਪਰ ਬੀਜੇਪੀ ਨੇ ਕਿਹਾ ਕਿ ਅਸੀਂ ਇਸ ਦਾ ਜਵਾਬ ਦੇਵਾਂਗੇ। ਮੋਗਾ ਦੇ ਵਿੱਚ ਜਿਹੜੀ ਘਟਨਾ ਵਾਪਰੀ ਹੈ 10 ਫਰਵਰੀ ਨੂੰ, ਜਦੋਂ ਕਾਂਗਰਸ ਦੇ ਇੱਕ ਉਮੀਦਵਾਰ ਦੇ ਸਮਰਥਕ ਦੇ ਵੱਲੋਂ 2 ਅਕਾਲੀ ਵਰਕਰਾਂ ਨੂੰ ਗੱਡੀ ਥੱਲੇ ਦਰੜ ਕੇ ਕਤਲ ਕਰ ਦਿੱਤਾ ਗਿਆ, ਉਸ ਘਟਨਾ ਦੇ ਉੱਤੇ ਆਮ ਆਦਮੀ ਪਾਰਟੀ ਨੇ ਦੁੱਖ ਜਤਾਇਆ। ਕਿਹਾ ਕਿ ਪੰਜਾਬ ਦੇ ਵਿੱਚ ਅਮਨ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਬਚੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਜੰਗਲ ਰਾਜ ਚੱਲ ਰਿਹਾ ਹੈ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੈਪਟਨ ਕਾਨੂੰਨ ਵਿਵਸਥਾ ਨੂੰ ਬਣਾਏ ਰੱਖਣ 'ਚ ਫੇਲ ਹੋਏ ਨੇ, ਇਸ ਲਈ ਕੈਪਟਨ ਨੂੰ ਤੁਰੰਤ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ। ਦੇਸ਼ ਵਿੱਚ ਪੈਟਰੋਲ ਤੇ ਡੀਜ਼ਲ ਦੇ ਭਾਅ ਦੇ ਵਿੱਚ ਮੁੜ ਵਾਧਾ ਹੋਇਆ। ਪੈਟਰੋਲ 25 ਪੈਸੇ ਤੇ ਡੀਜ਼ਲ 30 ਪੈਸੇ ਪ੍ਰਤੀ ਲੀਟਰ ਮਹਿੰਗਾ ਕਰ ਦਿੱਤਾ ਗਿਆ। ਦਿੱਲੀ ਵਿੱਚ ਪੈਟਰੋਲ 87 ਰੁਪਏ 85 ਪੈਸੇ ਤੇ ਮੁੰਬਈ ਦੇ ਵਿੱਚ 94 ਰੁਪਏ 36 ਪੈਸੇ ਪ੍ਰਤੀ ਲੀਟਰ ਹੋ ਗਿਆ। ਯਾਨੀ ਕਿ ਮੁੰਬਈ ਦੇ ਵਿੱਚ 100 ਦੇ ਅੰਕੜੇ ਤੱਕ ਪਹੁੰਚਣ ਵਾਲਾ ਹੈ ਪੈਟਰੋਲ। ਦਿੱਲੀ ਵਿੱਚ ਡੀਜ਼ਲ 78 ਰੁਪਏ 3 ਪੈਸੇ ਤੇ ਮੁੰਬਈ ਵਿੱਚ 84 ਰੁਪਏ 94 ਪੈਸੇ ਪ੍ਰਤੀ ਲੀਟਰ ਹੋ ਗਿਆ। ਪੰਜਾਬ ਕਾਂਗਰਸ ਦੇ ਵੱਲੋਂ 11 ਫਰਵਰੀ ਨੂੰ ਪੂਰੇ ਸੂਬੇ ਦੇ ਵਿੱਚ ਰੋਸ ਮੁਜ਼ਾਹਰੇ ਕੀਤੇ ਗਏ ਪੈਟਰੋਲ ਤੇ ਡੀਜ਼ਲ ਦੀਆਂ ਵੱਧਦੀਆਂ ਕੀਮਤਾਂ ਦੇ ਖਿਲਾਫ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਦੇ ਵਿੱਚ ਇਹ ਰੋਸ ਮੁਜ਼ਾਹਰੇ ਕੀਤੇ ਗਏ। ਚੰਡੀਗੜ੍ਹ ਦੇ ਸੈਕਟਰ 61 ਦੇ ਵਿੱਚ ਚੰਡੀਗੜ੍ਹ ਸਟੇਟ ਕੋਆਪਰੇਟਿਵ ਬੈਂਕ ਦੇ ਵਿੱਚੋਂ 8,65,000 ਰੁਪਇਆ ਲੁੱਟਣ ਦੇ ਮਾਮਲੇ ਵਿੱਚ ਚੰਡੀਗੜ੍ਹ ਪੁਲਿਸ ਨੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ, ਯਾਨੀ ਕਿ ਲੁਟੇਰੇ ਨੂੰ ਗ੍ਰਿਫਤਾਰ ਕਰ ਲਿਆ।
ਮੁਲਜ਼ਮ ਦੀ ਪਛਾਣ ਹਰਜੋਤ ਵਾਸੀ ਫੇਸ 3 ਮੁਹਾਲੀ ਦੇ ਵਜੋਂ ਹੋਈ ਹੈ। ਐਸਐਸਪੀ ਕੁਲਦੀਪ ਸਿੰਘ ਚਹਿਲ ਨੇ ਦੱਸਿਆ ਕਿ ਮੁਲਜ਼ਮ ਤੋਂ ਲੁੱਟ ਦੇ 8,48,000 ਰੁਪਏ ਬਰਾਮਦ ਕਰ ਲਏ ਗਏ ਨੇ, ਜਦਕਿ 8,65,000 ਰੁਪਏ ਉਸਨੇ ਲੁੱਟੇ ਸੀ। ਮੁਲਜ਼ਮ ਤੋਂ ਪੁੱਛ ਪੜਤਾਲ ਵੀ ਕੀਤੀ ਜਾ ਰਹੀ ਹੈ। ਲੁਧਿਆਣਾ ਦੇ ਜਲੰਧਰ ਬਾਈਪਾਸ ਸਥਿਤ ਅਮਨ ਨਗਰ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਨਿੱਜੀ ਸਕੂਲ ਦੇ ਵਿੱਚ 7 ਸਾਲਾ ਬੱਚੀ ਦੇ ਨਾਲ ਜਬਰ ਜਨਾਹ ਕੀਤਾ ਗਿਆ। ਬੱਚੀ ਸਕੂਲ ਵਿੱਚ LKG ਦੀ ਵਿਦਿਆਰਥਣ ਹੈ ਤੇ ਪੁਲਿਸ ਹੁਣ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ। ਲੁਧਿਆਣਾ ਦੇ ਜਲੰਧਰ ਬਾਈਪਾਸ ਤੇ ਨਿੱਜੀ ਸਕੂਲ ਦੇ LKG ਦੀ 7 ਸਾਲਾ ਵਿਦਿਆਰਥਣ ਜਦੋਂ ਆਪਣੇ ਘਰ ਪਹੁੰਚੀ ਤਾਂ ਉਸ ਦੀ ਹਾਲਤ ਠੀਕ ਨਹੀਂ ਸੀ, ਜਿਸ ਤੋਂ ਬਾਅਦ ਪਰਿਵਾਰ ਨੇ ਪੁਲਿਸ ਨੂੰ ਸੂਚਿਤ ਕੀਤਾ ਤੇ ਬੱਚੀ ਨੂੰ ਇਲਾਜ ਲਈ ਲੁਧਿਆਣਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਬੱਚੀ ਦੇ ਨਾਲ ਬਲਾਤਕਾਰ ਕੀਤੇ ਜਾਣ ਦੀ ਪੁਸ਼ਟੀ ਕੀਤੀ। ਗੁਰਾਇਆ ਤੇ ਫਲੋਰ ਵਿਚਾਲੇ ਪੈਂਦੇ ਪਿੰਡ ਖਹਿਰਾ ਦੇ ਨੇੜੇ 11 ਫਰਵਰੀ ਦੀ ਸਵੇਰੇ 10 ਵਜੇ ਧੁੰਦ ਦੇ ਕਾਰਨ ਵੱਡਾ ਹਾਦਸਾ ਵਾਪਰਿਆ। ਨੈਸ਼ਨਲ ਹਾਈਵੇ ਤੇ 17 ਵਾਹਨ ਇੱਕ ਦੂਜੇ ਦੇ ਨਾਲ ਟਕਰਾ ਗਏ। ਇਹਨਾਂ ਵਿੱਚ ਕਾਰਾਂ, ਟਰੱਕ ਤੇ ਮਿੰਨੀ ਟਰੱਕ ਸ਼ਾਮਲ ਸਨ। ਹਾਦਸੇ ਵਿੱਚ ਇੱਕ ਮੋਟਰਸਾਈਕਲ ਸਵਾਰ ਦੀ ਮੌਤ ਵੀ ਹੋ ਗਈ ਹੈ। ਅੰਮ੍ਰਿਤਸਰ ਤੋਂ ਖਬਰ ਹੈ, ਇੱਥੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਵੱਖ ਹੋਏ ਵਿਧਾਇਕ ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ SGPC ਖਿਲਾਫ ਗੰਭੀਰ ਇਲਜ਼ਾਮ ਲਾਏ ਨੇ। ਢੀਂਡਸਾ ਮੁਤਾਬਿਕ ਸ਼੍ਰੋਮਣੀ ਕਮੇਟੀ ਦੇ ਵਿੱਚ ਭ੍ਰਿਸ਼ਟਾਚਾਰ ਵੱਡੇ ਪੱਧਰ ਤੇ ਹੋ ਰਿਹਾ ਹੈ। ਉਹਨਾਂ ਕਿਹਾ ਕਿ ਅੰਮ੍ਰਿਤਸਰ ਦੇ ਵਿੱਚ ਸਾਰਾਗੜੀ ਸਰਾਂ ਦੇ ਜੋ 239 ਕਮਰਿਆਂ ਦੇ ਲਈ ਫਰਨੀਚਰ ਖਰੀਦਿਆ ਗਿਆ, ਉਹਦੇ ਵਿੱਚ ਵੱਡਾ ਘੁਟਾਲਾ ਹੋਇਆ। ਇਸ ਗੱਲ ਦਾ ਖੁਲਾਸਾ ਉਹ ਕਹਿੰਦੇ ਉਸ ਵਕਤ ਹੋਇਆ ਜਦੋਂ ਫਰਨੀਚਰ ਖਰੀਦਣ ਦੇ ਲਈ ਬਣਾਈ ਗਈ ਟੀਮ ਦੇ ਇੱਕ ਮੈਂਬਰ ਨੇ ਇਸ ਦੇ ਬਿੱਲਾਂ ਤੇ ਦਸਤਖਤ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ CA ਨੇ ਇਸ ਤੇ ਇਤਰਾਜ਼ ਜਤਾਇਆ। ਢੀਂਡਸਾ ਨੇ ਕਿਹਾ ਕਿ ਖੁਲਾਸਾ ਹੋਇਆ ਹੈ ਕਿ ਇੱਕ ਚੀਨੀ ਕੰਪਨੀ ਤੋਂ 5 ਕਰੋੜ 56 ਲੱਖ ਰੁਪਏ ਦਾ ਫਰਨੀਚਰ ਇਸ ਸਰਾਂ ਦੇ ਵਾਸਤੇ ਖਰੀਦਿਆ ਗਿਆ, ਜਦਕਿ ਇਹੀ ਫਰਨੀਚਰ ਪੰਜਾਬ ਦੇ ਵਿੱਚ 1 ਕਰੋੜ 80 ਲੱਖ ਦਾ ਵੀ ਮਿਲ ਸਕਦਾ ਸੀ। ਫਰਨੀਚਰ ਵਿੱਚ ਇੱਕ ਕਮਰੇ ਲਈ ਇੱਕ ਬੈੱਡ, ਇੱਕ ਟੇਬਲ ਤੇ ਕੁਰਸੀਆਂ ਸ਼ਾਮਿਲ ਨੇ। ਇਸ ਹਿਸਾਬ ਨਾਲ ਇੱਕ ਕਮਰੇ ਤੇ ਫਰਨੀਚਰ ਲਈ 2 ਲੱਖ ਤੋਂ ਵੀ ਵੱਧ ਰੁਪਏ ਖਰਚ ਕੀਤੇ ਗਏ। ਇਸੇ ਤਰ੍ਹਾਂ ਇੱਕ ਹੋਰ ਕੇਸ ਦਾ ਜ਼ਿਕਰ ਕਰਦੇ ਹੋਏ ਢੀਂਡਸਾ ਨੇ ਕਿਹਾ ਕਿ ਬਰਨਾਲਾ ਦੇ ਬਾਬਾ ਗਾਂਧਾ ਸਿੰਘ ਗੁਰਦੁਆਰੇ ਦੇ ਮੈਨੇਜਰ ਨੇ ਵੀ ਜਾਲੀ ਬਿੱਲ ਬਣਾ ਕੇ ਲੱਖਾਂ ਦਾ ਘਪਲਾ ਕੀਤਾ, ਪਰ ਉਸ ਖਿਲਾਫ ਕਾਰਵਾਈ ਕਰਨ ਦੇ ਬਜਾਏ ਉਸ ਨੂੰ ਪ੍ਰਮੋਟ ਕਰ ਦਿੱਤਾ ਗਿਆ। ਪਰਮਿੰਦਰ ਢੀਂਡਸਾ ਨੇ ਕਿਹਾ ਕਿ SGPC ਵਿੱਚ ਫੈਲੇ ਭ੍ਰਿਸ਼ਟਾਚਾਰ ਲਈ ਸਿੱਧੇ ਤੌਰ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜ਼ਿੰਮੇਦਾਰ ਨੇ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਤੁਸੀਂ ਸਾਰੇ ਆਪਣਾ ਧਿਆਨ ਰੱਖਿਓ, ਲੋੜਵੰਦਾਂ ਦੀ ਮਦਦ ਕਰਦੇ ਰਹੋ। ਧੰਨਵਾਦ।